ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ, ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ, ਗੁਰੂ ਅਰਜਨ ਬਿਘਨਨ ਕੇ, ਬਿਘਨਨ ਕੇ। ਹਰ ਗੋਬਿੰਦ ਸ਼ੁਭ ਮਤ ਪਰਕਾਸਕ, ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੁਰੀ, ਤੇਗ ਬਹਾਦਰ ਪਰਮ ਕਿਰਪਾਲ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਦੋਹਰਾ ਉਠੇ ਬੌਰ ਜਬ ਪ੍ਰਾਤ ਪੀ, ਬਾਦਤ ਬਜੇ ਵਿਸਾਲ। ਸੰਖ ਨਪੀਰੀ ਨੋਬਤਾਂ, ਰਣ ਸਿੰਘੇ ਤਤਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਰਹੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਿਨ ਕੇ ਭਾਗ ਬੜੇ ਹੈ ਭਾਈ, ਤਿਨ ਸਾਧੂ ਸੰਗ ਮੁਖ ਜੁਰੇ। ਵਡਭਾਗੀ ਹੋ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਖਿੱਚ ਖਿੱਚ ਰਹੀ ਤਰੀਕ, ਸਮੇਂ ਖਿਸਕਾਈ ਕੰਨੀ। ਯਤਨ ਕਰਦਾ ਹੈ ਪ੍ਰਾਣੀ ਕਿ ਸਮੇਂ ਨੂੰ ਰੋਕਾਂ, ਪਰ ਨਹੀਂ ਰੋਕਿਆ ਜਾਂਦਾ। ਰੋਕ ਪਾ ਕੇ ਰੋਕਣ ਦਾ ਯਤਨ ਕੀਤਾ ਤਾਂ ਫਿਰ ਬੰਨੋ ਬੰਨੀ ਟੱਪ ਗਿਆ। ਫਿਰ ਕਹਿੰਦੇ ਹੋ ਸੰਭਲ ਸੰਭਾਲ, ਹਾਲੇ ਵੀ ਸਮਾਂ ਹੈ, ਇਸ ਦੀ ਸੰਭਾਲ ਕਰ। ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਈਸਵੀ ਦਾ ਅੱਜ ਸਾਲ ਚੜ੍ਹਿਆ ਨਵਾਂ,
ਗੁਰੂ ਚਰਨਾਂ ਵਿੱਚ ਅਰਜ਼ੋਈ ਹੈ ਕਿ ਸਤਿਗੁਰੂ ਜੀ ਕਿਰਪਾ ਕਰੋ ਇਹ ਸਫਲਾ ਹੋਵੇ। ਵੀ ਬੀਤ ਗਿਆ ਹੈ, ਲੰਘ ਗਿਆ ਨਾ ਮੁੜ ਕੇ ਆਮਦਾ। ਪਰ ਜਿਹੜਾ ਆਇਆ ਹੈ ਸਮਾਂ, ਕਿਰਪਾ ਰੱਖਿਓ ਮਹਾਰਾਜ, ਕਰ ਸਫਲ ਉਡੰਦਾ ਜਾਮਦਾ ਦੀ ਖੇਡ ਪ੍ਰਦਾਨ ਕਰੋ। ਤੁਹਾਡੀ ਸੰਗਤ ਕਰਦਿਆਂ, ਸੇਵਾ ਸਿਮਰਨ ਕਰਦਿਆਂ, ਬਾਣੀ ਪੜ੍ਹਦਿਆਂ, ਭਜਨ ਕਰਦਿਆਂ, ਭਲੇ ਕਰਮ ਕਰਦਿਆਂ ਬਤੀਤ ਹੋਵੇ। ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਵਧਾਈਆਂ ਹਨ। ਲੜੀਵਾਰ ਕਥਾ ਗੁਰੂ ਕਲਗੀਧਰ ਸਵਾਮੀ ਜੀ ਦੇ ਪਾਵਨ ਇਤਿਹਾਸ ਦੇ ਆਪ ਜੀ ਸਰਵਣ ਕਰ ਰਹੇ ਹੋ। ਆਨੰਦਪੁਰ ਸਾਹਿਬ ਵਿਖੇ ਜੰਗ ਚੱਲ ਰਿਹਾ ਹੈ। ਉੱਚੇ ਟਿੱਬੇ ਤੇ ਪਾਤਸ਼ਾਹ ਬਿਰਾਜਮਾਨ ਦੀਵਾਨ ਸਜਾ ਕੇ ਬੈਠੇ ਨੇ। ਪਹਾੜੀਆਂ ਤੇ ਸੂਬੇਦਾਰਾਂ ਨੇ ਰਲ ਕੇ ਗੁਰਦੇਵ ਦੇ ਉੱਤੇ ਤੋਪਾਂ ਦੇ ਗੋਲੇ ਦਾਗੇ ਬੈਠਿਆਂ ਤੇ। ਇਹਨਾਂ ਵੱਲੋਂ ਚਲਾਏ ਅਨੇਕਾਂ ਤੋਪਾਂ ਦੇ ਗੋਲੇ ਸਾਹਿਬ ਤੱਕ ਨਹੀਂ ਪਹੁੰਚ ਸਕੇ। ਇਸ ਗੱਲ ਦੀ ਬੜੀ ਵੱਡੀ ਹੈਰਾਨੀ ਸੂਬੇਦਾਰਾਂ ਨੇ ਆਪਣੇ ਹਿਰਦੇ 'ਚ ਮੰਨੀ। ਰਾਜੇ ਭੀਮ ਚੰਦ ਨੇ ਪੁਰਾਣੀ ਗੱਲ ਵੀ ਸੁਣਾਈ ਕਿ ਅਸੀਂ ਵੀ ਇੱਕ ਵਾਰ ਯਤਨ ਕੀਤਾ ਸੀ। ਇਹਨਾਂ ਦੇ ਇੱਕ ਸਿੰਘ ਦੇ ਤੋਪ ਦਾ ਗੋਲਾ ਵੱਜਾ, ਉਹ ਸ਼ਹੀਦ ਹੋ ਗਿਆ। ਇਹੋ ਜਿਹਾ ਤੀਰ ਗੁਰੂ ਜੀ ਨੇ ਉਸ ਵੇਲੇ ਚਲਾਇਆ ਕਿ ਤੋਪਚੀ ਦੇ ਮੱਥੇ ਵਿੱਚ ਵੱਜ ਕੇ ਪਾਰ ਨਿਕਲ ਗਿਆ। ਲਾਗੇ ਉਹਦਾ ਭਰਾ ਖੜਾ ਸੀ, ਤੋਪ ਚਲਾਉਣ ਲਈ ਅੱਗੇ ਆਇਆ ਤਾਂ ਉਹਨੂੰ ਵੀ ਦੂਜੇ ਤੀਰ ਨਾਲ ਮਾਰ ਦਿੱਤਾ। ਵਜ਼ੀਰ ਖਾਨ ਸੁਣ ਕੇ ਹੈਰਾਨ ਸੀ। ਸ਼ੁਕਰ ਹੈ ਪਰਮੇਸ਼ਰ ਦਾ, ਖੁਦਾ ਦਾ, ਕਿ ਅੱਜ ਗੁਰੂ ਜੀ ਨੇ ਤੀਰ ਨਹੀਂ ਚਲਾਇਆ, ਕਿਉਂਕਿ ਗੋਲੇ ਹੀ ਚਲਾ ਰਿਹਾ ਸੀ। ਇਹ ਗੱਲਾਂ ਬਾਤਾਂ ਕਰਦਿਆਂ ਰਾਤ ਪੈ ਗਈ, ਰਾਤ ਬੀਤ ਗਈ। ਉਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਿੰਘਾਂ ਸਮੇਤ ਸੋਦਰ ਦਾ ਜਾਪ ਕੀਤਾ। ਰਹਿਰਾਸ ਸਾਹਿਬ ਦੇ ਪਾਠ ਹੋਏ, ਅਰਦਾਸ ਬੇਨਤੀ ਹੋਈ। ਦੀਵਾਨ ਦੀ ਸਮਾਪਤੀ ਕਰਕੇ ਗੁਰਦੇਵ ਆਪਣੇ ਮਹਿਲਾਂ 'ਚ ਆਏ ਹਨ। ਲੰਗਰ ਪ੍ਰਸ਼ਾਦ ਛਕ ਕੇ ਸਾਰੇ ਸਿੰਘ ਆਪੋ ਆਪਣੇ ਆਸਣਾਂ ਤੇ ਆ ਗਏ। ਮੋਰਚਿਆਂ ਵਾਲੇ ਸਿੰਘ ਮੋਰਚਿਆਂ 'ਚ ਜਾ ਡਟੇ। ਅਗਲਾ ਦਿਨ ਚੜ੍ਹਿਆ। ਆਓ ਉਸ ਦਿਨ ਦੇ ਵਿੱਚ ਜੋ ਵਰਤਾਰਾ ਵਰਤਿਆ, ਉਹ ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖ ਰਹੇ ਨੇ। ਸਰਵਣ ਕਰੀਏ, ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਠੇ ਬੌਰ ਜਬ ਪ੍ਰਾਤ ਪੀ, ਬਾਦਤ ਬਜੇ ਵਿਸਾਲ। ਰਾਤ ਬੀਤ ਗਈ, ਅਗਲਾ ਦਿਨ ਹੋਇਆ। ਅੰਮ੍ਰਿਤ ਵੇਲੇ ਗੁਰਸਿੱਖ ਉੱਠੇ ਨੇ, ਲੋ ਲੱਗੀ। ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਨੌਬਤਾਂ ਵੱਜਣ ਲੱਗੀਆਂ ਨੇ। ਕਈ ਤਰ੍ਹਾਂ ਦੇ ਸਾਜ਼, ਨਗਾਰੇ, ਨਫੀਰੀਆਂ, ਰਣ ਸਿੰਘੇ ਵੱਜਣ ਲੱਗੇ ਹਨ। ਸੰਖ ਨਫੀਰੀ ਨੌਬਤਾਂ, ਰਣ ਸਿੰਘੇ ਤਤਕਾਲ। ਕਈ ਸੰਖ ਵੱਜੇ ਨੇ, ਨੌਬਤਾਂ ਵੱਜੀਆਂ ਨੇ, ਰਣ ਸਿੰਘੇ ਵੱਜੇ ਹਨ। ਲਲਿਤ ਪਦ ਚੰਦ ਬਜੇ ਨਗਾਰੇ ਦੋ ਦਿਸ਼ਾ ਮੈਂ। ਦੋਹਾਂ ਦਿਸ਼ਾਵਾਂ ਵਿੱਚ, ਇਧਰ ਸਤਿਗੁਰਾਂ ਵੱਲ, ਉਧਰ ਦੁਸ਼ਮਣਾਂ ਦੇ ਦਲਾਂ ਵਿੱਚ ਵੀ ਨਗਾਰੇ ਵੱਜੇ ਹਨ। ਉਤਸਾਹਤ ਪਟ ਹੋਏ, ਔਰ ਸੂਰਮਿਆਂ ਵਿੱਚ ਨਗਾਰਿਆਂ ਦੀ ਆਵਾਜ਼ ਸੁਣ ਕੇ ਲੜਨ ਦਾ ਉਤਸ਼ਾਹ ਜਾਗਿਆ ਹੈ। ਸੋਚ ਇਸ਼ਨਾਨ ਬਨੇ ਸਾਵਧਾਨਾ, ਸਾਰੀਆਂ ਫੌਜਾਂ ਤਿਆਰ ਬਰ ਤਿਆਰ ਹੋਈਆਂ, ਸੋਚ ਇਸ਼ਨਾਨ ਕਰਕੇ ਸਾਵਧਾਨ ਹੋਏ। ਨਿਜ ਨਿਜ ਥਾਨ ਖਰੋਏ, ਆਪੋ ਆਪਣੀਆਂ ਥਾਵਾਂ ਦੇ ਉੱਤੇ ਜਿੱਥੇ ਜਿੱਥੇ ਕਿਸੇ ਦੀ ਡਿਊਟੀ ਲੱਗੀ ਸੀ
ਉੱਥੇ ਸਾਰੇ ਤਿਆਰ ਬਰ ਤਿਆਰ ਹੋ ਕੇ ਖਲੋ ਗਏ। ਰੋਕੇ ਤੁਰਕ ਪੰਥ ਜੇ ਪੁੰਜੈ। ਉਧਰ ਜਿਹੜੇ ਤੁਰਕ ਨੇ ਉਹਨਾਂ ਨੇ ਆਨੰਦਪੁਰ ਸਾਹਿਬ ਨੂੰ ਆਉਣ ਵਾਲੇ ਜਿੰਨੇ ਰਸਤੇ ਨੇ ਉਹ ਰਸਤੇ ਰੋਕ ਦਿੱਤੇ ਹਨ। ਜੋ ਚਾਹਤ ਪੁਰ ਜਾਇਓ। ਜੇ ਕੋਈ ਆਨੰਦਪੁਰ ਸਾਹਿਬ ਨਗਰ ਵਿੱਚ ਜਾਣਾ ਚਾਹੁੰਦਾ ਤਾਂ ਉਹਨੂੰ ਰਸਤੇ ਵਿੱਚੋਂ ਹੀ ਰੋਕ ਕੇ ਵਾਪਸ ਮੋੜ ਦਿੰਦੇ ਹਨ। ਬ੍ਰਿੰਦ ਵਪਾਰੀ ਵਰਜ ਦੀਏ ਸਭ। ਕਈ ਵਪਾਰੀ ਆਨੰਦਪੁਰ ਸਾਹਿਬ 'ਚ ਵਪਾਰ ਕਰਨ ਲਈ ਆਉਂਦੇ ਸੀ, ਸੌਦਾ ਲਿਆ ਕੇ ਵੇਚਦੇ ਸੀ। ਉਹਨਾਂ ਵਪਾਰੀਆਂ ਨੂੰ ਵੀ ਬਾਹਰ ਹੀ ਵਰਜ ਦਿੱਤਾ ਇਹਨਾਂ ਸਿਪਾਹੀਆਂ ਨੇ ਰਸਤੇ ਵਿੱਚ ਮੋਰਚਾਬੰਦੀ ਕਰਕੇ। ਲੂਟ ਲਾਏਂਗੇ ਆਇਓ। ਔਰ ਉਹਨਾਂ ਨੂੰ ਡਰਾਵਾ ਪਾ ਦਿੱਤਾ ਵੀ ਜੇ ਤੁਸੀਂ ਦੁਬਾਰਾ ਆਏ ਤੇ ਤੁਹਾਨੂੰ ਲੁੱਟ ਲਵਾਂਗੇ, ਤੁਹਾਡੇ ਕੋਲੇ ਜੋ ਕੁਝ ਵੀ ਹੈ ਸਾਜ ਸਮਾਜ ਇਹ ਅਸੀਂ ਖੋਹ ਲਵਾਂਗੇ। ਨਿਕਟ ਗ੍ਰਾਮ ਅਰ ਪੁਰ ਜਨ ਜੋਈ। ਨੇੜੇ ਤੇੜੇ ਦੇ ਜਿਹੜੇ ਪਿੰਡ ਨੇ ਤੇ ਪਿੰਡਾਂ ਦੇ ਲੋਕ ਹਨ, ਸਭ ਮੈਂ ਡਿੰਡਮ ਫੇਰਾ। ਸਾਰਿਆਂ ਵਿੱਚ ਇਹਨਾਂ ਪਹਾੜੀਆਂ ਤੇ ਤੁਰਕਾਂ ਨੇ ਡੋਂਡੀ ਫੇਰ ਦਿੱਤੀ ਹੈ। ਆਨੰਦਪੁਰ ਮੈਂ ਕੁਛ ਪੁੱਛਵਾਵੋ। ਕਹਿਣ ਲੱਗੇ ਡੋਂਡੀ ਪਿੱਟ ਕੇ, ਕਹਿਣ ਲੱਗੇ ਪਿੰਡਾਂ ਨਗਰਾਂ ਦੇ ਵਿੱਚ ਢੰਡੋਰਾ ਪਿੱਟ ਕੇ ਕਿ ਖਬਰਦਾਰ ਹੋਸ਼ਿਆਰ, ਅਗਰ ਕਿਸੇ ਨੇ ਆਨੰਦਪੁਰ ਸਾਹਿਬ ਦੇ ਵਿੱਚ ਕੋਈ ਵਸਤੂ ਭੇਜੀ ਉਚਿਤ ਸਜਾਏ ਬਡੇਰਾ। ਉਹਨੂੰ ਵੱਡੀ ਭਿਆਨਕ ਸਜ਼ਾ ਦਿੱਤੀ ਜਾਵੇਗੀ, ਉਹਨੂੰ ਤਾੜਨਾ ਕੀਤੀ ਜਾਵੇਗੀ, ਮਾਰ ਮੁਕਾਇਆ ਜਾਵੇਗਾ। ਜਿਹੜਾ ਆਨੰਦਪੁਰ ਸਾਹਿਬ 'ਚ ਕੋਈ ਰਸਤ ਬਸਤ ਜਾਂ ਕੋਈ ਵਸਤੂ ਭੇਜੇਗਾ ਕਰੋ ਨਾ ਕੁਛ ਵਿਵਹਾਰ ਤਾਂ ਔਰ ਨਾ ਹੀ ਆਨੰਦਪੁਰ ਸਾਹਿਬ ਦੇ ਜਾਣ ਵਾਲੇ ਰਸਤਿਆਂ ਦੇ ਉੱਤੇ ਕਿਸੇ ਨੇ ਜਾਣਾ ਹੈ। ਜੇ ਕੋਈ ਲੁਕ ਛਿਪ ਕੇ ਜਾਣ ਦਾ ਯਤਨ ਕਰੇਗਾ ਵਪਾਰ ਕਰਨ ਵਾਸਤੇ ਤਾਂ ਉਹਨੂੰ ਵੀ ਮਾਰ ਮੁਕਾਇਆ ਜਾਏਗਾ, ਕਤਲ ਕਰ ਦਿੱਤਾ ਜਾਏਗਾ। ਕਰੇ ਜੇ ਦੇਵੈ ਲੇਵੈ। ਔਰ ਨਾ ਹੀ ਗੁਰੂ ਸਾਹਿਬ ਜੀ ਦੇ ਨਗਰ ਵਿੱਚ ਜਾ ਕੇ ਕਿਸੇ ਨੇ ਲੈਣ ਦੇਣ ਦਾ ਵਪਾਰ ਕਰਨਾ ਹੈ। ਦੁਰ ਕਰ ਕਰੇ ਬਿਦ ਤੋਏ ਪਕਰੈ। ਤੇ ਜੇ ਕਿਸੇ ਨੇ ਲੁਕ ਛਿਪ ਕੇ ਕੀਤਾ ਤੇ ਬਾਅਦ ਵਿੱਚ ਸਾਨੂੰ ਪਤਾ ਲੱਗ ਗਿਆ ਕਿ ਫਲਾਣੇ ਬੰਦੇ ਨੇ ਫਲਾਣੇ ਪਿੰਡ ਦੇ ਲੋਕਾਂ ਨੇ ਆਨੰਦਪੁਰ ਸਾਹਿਬ ਜਾ ਕੇ ਗੁਰੂ ਘਰ ਦੀ ਮਦਦ ਕੀਤੀ ਹੈ ਜਾਂ ਉੱਥੇ ਕਿਸੇ ਪ੍ਰਕਾਰ ਦਾ ਵਪਾਰ ਕੀਤਾ, ਜੇ ਸਾਨੂੰ ਪਤਾ ਲੱਗ ਗਿਆ ਸਦਨ ਲੂਟ ਤੈ ਲੇਵੈ। ਉਹਦਾ ਸਾਰਾ ਘਰ ਘਾਟ ਲੁੱਟ ਕੇ ਤਬਾਹ ਕਰਕੇ ਰੱਖ ਦਿਆਂਗੇ। ਰੋਪਰ ਅਰ ਹੁਸ਼ਿਆਰਪੁਰਾਪੁਰ। ਇਹ ਜਿਹੜੀ ਡੋਂਡੀ ਸੀ ਕੇਵਲ ਆਨੰਦਪੁਰ ਸਾਹਿਬ ਦੇ ਨੇੜੇ ਤੇੜੇ ਨਹੀਂ, ਹੁਸ਼ਿਆਰਪੁਰ, ਰੋਪੜ, ਕਿਉਂਕਿ ਇਹ ਵੱਡੇ ਸ਼ਹਿਰ ਸੀ, ਇੱਥੋਂ ਵਪਾਰ ਕਰਨ ਆਉਂਦੇ ਸਨ ਸਿੱਖ ਤੇ ਵਪਾਰੀ। ਉਹਨਾਂ ਹੁਸ਼ਿਆਰਪੁਰ, ਨਵਾਂ ਸ਼ਹਿਰ, ਰੋਪੜ ਦਾ ਜਿਤਨਾ ਵੀ ਇਹ ਇਲਾਕਾ ਹੈ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਏਦਾਂ ਢੰਡੋਰਾ ਪਿੱਟ ਦਿੱਤਾ। ਇਤਿਆਦਿਕ ਸਭ ਠਾਕੇ। ਏਦਾਂ ਇਹ ਸਾਰੇ ਨਗਰ ਨਿਵਾਸੀਆਂ ਨੂੰ ਰੋਕ ਦਿੱਤਾ, ਵਰਜ ਦਿੱਤਾ ਆਨੰਦਪੁਰ ਸਾਹਿਬ ਜਾਣ ਤੋਂ। ਦੂਰ ਦੂਰ ਚੋਂ ਦਿਸ਼ ਕਰ ਡੇਰੇ। ਦੂਰ ਦੂਰ ਚਾਰੇ ਪਾਸੇ ਨਾ ਤੁਰਕਾਂ ਨੇ ਡੇਰੇ ਕੀਤੇ ਹੋਏ ਨੇ, ਪਹਾੜੀਆਂ ਨੇ ਡੇਰੇ ਕੀਤੇ ਹੋਏ ਨੇ। ਤਰਸਤ ਆਨੰਦਪੁਰ ਤਾਕੇ। ਔਰ ਮਨ ਵਿੱਚ ਡਰੇ ਵੀ ਹੋਏ ਨੇ, ਡਰਦੇ ਹੋਏ ਆਨੰਦਪੁਰ ਸਾਹਿਬ ਵੱਲ ਵੇਖਦੇ ਹਨ। ਇਮ ਘੇਰਾ ਕਰ ਲਸ਼ਕਰ ਉਤਰੇ। ਇਹਨਾਂ ਪਹਾੜੀਆਂ ਤੇ ਤੁਰਕਾਂ ਨੇ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਘੇਰਾਬੰਦੀ ਕਰਕੇ ਉਤਾਰਾ ਕੀਤਾ ਹੈ। ਆਏ ਜਾਏ ਨੈ ਕੋਈ। ਨਾ ਕੋਈ ਆਉਂਦਾ ਨਗਰ ਵਿੱਚ ਤੇ ਨਾ ਹੀ ਕਿਸੇ ਨੂੰ ਜਾਣ ਦਿੱਤਾ ਜਾਂਦਾ ਹੈ। ਕਬ ਕਬ ਚੜੇ ਖਾਲਸਾ ਇਤੇ ਉਤ। ਇੱਧਰ ਖਾਲਸਾ ਕਦੇ ਕਦੇ ਮਹਾਰਾਜ ਜੀ ਦੀ ਆਗਿਆ ਲੈ ਕੇ ਚੜਦਾ, ਇੱਧਰ ਉੱਧਰ ਵਿਚਰਦਾ ਹੈ। ਅਰੇ ਅਗੇ ਰਣ ਹੋਈ। ਅਗਰ ਕੋਈ ਦੁਸ਼ਮਣ ਦੀ ਟੁਕੜੀ ਅੱਗੇ ਆ ਕੇ ਸਿੰਘਾਂ ਦੇ ਅੜਦੀ ਹੈ ਤੇ ਫਿਰ ਭਿਆਨਕ ਘਮਾਸਾਨ ਜੰਗ ਹੁੰਦਾ ਹੈ। ਚਲੇ ਤੋਪ ਬੰਦੂਕ ਤੀਰ ਗਨ। ਤੋਪਾਂ ਚੱਲਦੀਆਂ ਨੇ, ਬੰਦੂਕਾਂ ਚੱਲਦੀਆਂ ਨੇ, ਬਹੁਤ ਸਾਰੇ ਤੀਰ ਚੱਲਦੇ ਨੇ ਜਿਹੜੇ ਦੂਰੋਂ ਸ਼ਸਤਰ ਚਲਾਏ ਜਾਂਦੇ ਹਨ। ਮਾਰਨ ਮਰਬੋ ਹੋਵੇ। ਮਾਰਨਾ ਤੇ ਮਰਨਾ ਹੁੰਦਾ ਰਣ ਭੂਮੀ ਅੰਦਰ। ਮਰੇ ਸੈਂਕੜੇ ਤੁਰਕ ਜੇ ਦਿਨ ਪ੍ਰਤ। ਸੈਂਕੜੇ ਤੁਰਕ ਦਿਨ ਪ੍ਰਤੀ ਦਿਨ ਮਰਦੇ ਨੇ। ਸਿੰਘ ਜਾਂਦੇ ਨੇ ਕਿ ਜਿਵੇਂ ਸ਼ੇਰ ਹਮਲਾ ਕਰਦਾ ਨਾ, ਏਦਾਂ ਝਪਟ ਜੀ ਮਾਰਦੇ ਨੇ। 200-400 ਤੁਰਕਾਂ ਨੂੰ, 500 ਤੁਰਕਾਂ ਨੂੰ ਮਾਰ ਕੇ ਸਿੰਘ ਫਿਰ ਹਰਨ ਭਰਨ ਹੋ ਜਾਂਦੇ ਹਨ। ਸਮੁਖ ਪ੍ਰਾਨ ਕੋ ਖੋਵੇ। ਔਰ ਬਹੁਤ ਸਾਰੇ ਤੁਰਕ ਸੂਰਮਤਾਈ ਦੇ ਨਾਲ
ਸਿੰਘਾਂ ਨਾਲ ਲੜ ਕੇ ਸਨਮੁਖ ਆ ਕੇ ਸਾਹਮਣੇ ਲੜ ਕੇ ਆਪਣੇ ਪ੍ਰਾਣ ਤਿਆਗਦੇ ਹਨ। ਕਬ ਕਬ ਰਹੇ ਮੋਰਚਨ ਬੈਠੇ, ਔਰ ਕਦੇ ਕਦੇ ਸਾਰਾ ਦਿਨ ਮੋਰਚਿਆਂ ਵਿੱਚ ਹੀ ਬੈਠੇ ਰਹਿੰਦੇ ਹਨ। ਨਿਜ ਨਿਜ ਬਨ ਸਾਵਧਾਨਾ, ਔਰ ਆਪਣੇ ਮੋਰਚਿਆਂ 'ਚ ਸਾਵਧਾਨ ਹੋ ਕੇ ਉੱਥੋਂ ਹੀ ਬੰਦੂਕਾਂ ਦੀਆਂ ਗੋਲੀਆਂ ਦਾਗਦੇ ਹਨ। ਕਬੂ ਤੁਫੰਗ ਤੋਪ ਕੋ ਛੋਰੇ, ਕਦੇ ਤੋਪ ਦਾ ਗੋਲਾ ਸਿਸਤ ਬੰਨ ਕੇ ਚਲਾਉਂਦੇ ਨੇ, ਕਦੇ ਬੰਦੂਕ ਦੀ ਗੋਲੀ ਚਲਾਉਂਦੇ ਹਨ। ਆਨ ਕਰੇ ਅਰ ਪ੍ਰਾਨਾ, ਔਰ ਜੇ ਕੋਈ ਦਾ ਥੱਲੇ ਆ ਜਾਂਦਾ ਮਾਰ ਕੇ ਗੋਲੀ ਉਹਨੂੰ ਉਸੇ ਵੇਲੇ ਮਿੱਟੀ 'ਚ ਗਰਕ ਕਰਕੇ ਰੱਖ ਦਿੰਦੇ ਹਨ। ਕਬ ਕਬ ਨੇਰ ਅਚਾਨਕ ਹੋਏ ਜਬ, ਕਦੇ ਕਦੇ ਅਕਸ਼ ਮਾਤਰ, ਕਿਉਂਕਿ ਫੌਜਾਂ ਫਿਰਦੀਆਂ ਨੇ, ਕਦੇ ਨੇੜੇ ਤੇੜੇ ਜਾ ਕੇ ਹਮਲਾ ਵੀ ਹੋ ਜਾਂਦਾ ਹੈ, ਕਦੇ ਆਮੋ ਸਾਹਮਣੇ ਮੁਕਾਬਲੇ ਵੀ ਹੋ ਜਾਂਦੇ ਹਨ। ਚਲੇ ਤੁਪਕ ਸਮੁਦਾਇਆ, ਉਦੋਂ ਵੀ ਫਿਰ ਬਹੁਤ ਸਾਰੀਆਂ ਬੰਦੂਕਾਂ ਚੱਲਦੀਆਂ ਹਨ। ਬਾਜ ਮਨਿੰਦੇ ਬ੍ਰਿੰਦ ਖਾਲਸਾ, ਸਿੰਘ ਜਿਵੇਂ ਬਾਜ ਝਪਟ ਮਾਰਦਾ ਨਾ, ਬਾਜ ਦੇ ਮਨਿੰਦ ਗੁਰੂ ਕਾ ਖਾਲਸਾ। ਖਗ ਸ਼ਤਰਨ ਪਰਦਾਇਆ, ਦੁਸ਼ਮਣਾਂ ਰੂਪੀ ਪੰਛੀਆਂ ਦੇ ਉੱਤੇ ਝਪਟ ਮਾਰ ਕੇ ਪੈਂਦਾ ਖਾਲਸਾ, ਜਿਵੇਂ ਬਾਜ ਪੈਂਦਾ ਨਾ ਪੰਛੀ ਦੇ ਉੱਤੇ ਬਟੇਰੇ ਤੇ, ਏਦਾਂ ਸਿੰਘ ਬਾਜ ਵਾਂਗੂ ਪੈਂਦੇ ਨੇ ਤੁਰਕਾਂ ਦੇ ਉੱਤੇ ਟੁੱਟ ਕੇ ਝਪਟ ਮਾਰ ਕੇ। ਸ਼੍ਰੀ ਅਜੀਤ ਸਿੰਘ ਸਾਹਿਬਜ਼ਾਦਾ, ਕਲਗੀਧਰ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਸਾਹਿਬ ਨਿਕਟੇ ਆਕਾਰਾ, ਕਲਗੀਧਰ ਜੀ ਨੇ ਹੁਕਮ ਕਰਕੇ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ। ਸਾਵਧਾਨ ਬਨ ਰਹੋ ਕੇਸਗੜ੍ਹ, ਔਰ ਆਪਣੇ ਕੋਲ ਬੁਲਾ ਕੇ ਹੁਕਮ ਲਾਇਆ, ਡਿਊਟੀ ਲਾਈ ਬਾਬਾ ਅਜੀਤ ਸਿੰਘ ਜੀ ਦੀ। ਆਖਿਆ ਸਾਹਿਬ ਅਜੀਤ ਸਿੰਘ ਜੀ, ਜਿੱਥੇ ਕੇਸਗੜ੍ਹ ਸਾਹਿਬ ਵਾਲਾ ਸਥਾਨ ਹੈ ਵੀ ਕਿਲਾ ਸੀ, ਉੱਥੇ ਜਾ ਕੇ ਤੁਸੀਂ ਸਾਵਧਾਨ ਹੋ ਕੇ ਵੈਰੀ ਨੂੰ ਰੋਕਣਾ ਹੈ। ਉਸ ਪਾਸੇ ਤੁਹਾਡੀ ਡਿਊਟੀ ਆ, ਦੁਸ਼ਮਣ ਨੂੰ ਨੇੜੇ ਨਹੀਂ ਟੁਕਣ ਦੇਣਾ। ਕਰੋ ਰਿਪੁਨ ਤੇ ਮਾਰਾ, ਔਰ ਕੇਸਗੜ੍ਹ ਸਾਹਿਬ ਜਾ ਕੇ ਤੁਸੀਂ ਮੋਰਚਾਬੰਦੀ ਕਰਕੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ 'ਚ ਰਣ ਭੂਮੀ 'ਚ ਮਾਰਨਾ ਹੈ। ਸਿੰਘ ਪਾਂਚ ਸਹਿ ਰਾਖ ਸੰਗ ਨਿਜ, ਔਰ ਆਪਣੇ ਨਾਲ 500 ਸਿੰਘਾਂ ਦਾ ਜਥਾ ਤੁਸੀਂ ਹਮੇਸ਼ਾ ਰੱਖਣਾ ਹੈ। ਵਹਿਰ ਦੂਰ ਨੇ ਜਾਵੋ, ਔਰ ਬਾਹਰ ਕੋਈ ਬਹੁਤੀ ਦੂਰ ਨਹੀਂ ਜਾਣਾ, ਕਦੇ ਜਾਣਾ ਪਵੇ ਤੇ ਹਮਲਾ ਕਰਕੇ ਨਾਲ ਹੀ ਪਰਤ ਆਉਣਾ, ਔਰ ਬਹੁਤੀ ਦੂਰ ਤੱਕ ਦੁਸ਼ਮਣਾਂ ਵਿੱਚ ਨਹੀਂ ਜਾਣਾ। ਤੈ ਸ਼ਤਰੂ ਜੋ ਨੇਰ ਕਰਿਓ, ਜਿਹੜਾ ਕੋਈ ਦੁਸ਼ਮਣ ਕੇਸਗੜ੍ਹ ਸਾਹਿਬ ਦੇ ਨੇੜੇ ਆਵੇ, ਖਾਲਸੇ ਦੀ ਜਨਮ ਭੂਮੀ ਦੇ ਲਾਗੇ ਆਵੇ, ਚੈ ਮਾਰ ਤੁਫੰਗ ਖਪਾਵੋ, ਮਾਰ ਕੇ ਬੰਦੂਕਾਂ ਦੀਆਂ ਗੋਲੀਆਂ ਨੂੰ ਮਿੱਟੀ ਚਖਾ ਦੇਣੀ, ਧੂੜ ਚਖਾ ਦੇਣੀ ਆ ਮੈਦਾਨੇ ਜੰਗ ਦੀ। ਨਿਸਮੈ ਜਾਗਰਨ ਕਰੋ ਬਿਲੋਕੋ, ਔਰ ਰਾਤ ਨੂੰ ਵੀ ਪਹਿਰਾ ਰੱਖਣਾ ਅਜੀਤ ਸਿੰਘ ਜੀ, ਦਿਨੇ ਵੀ ਤਿਆਰੀ ਰੱਖਣੀ ਆ, ਸਾਵਧਾਨ ਰਹਿਣਾ, ਤੇ ਰਾਤ ਨੂੰ ਵੀ ਤਿਆਰੀ ਰੱਖਣੀ ਆ। ਮਲੇਛਾਂ ਦਾ ਨਹੀਂ ਪਤਾ ਵੀ ਰਾਤ ਨੂੰ ਵੀ ਹਮਲਾ ਕਰ ਸਕਦੇ ਨੇ। ਸੁਧ ਰਖ ਸ਼ਤਰਨ ਕੇਰੀ, ਔਰ ਦੁਸ਼ਮਣਾਂ ਦੀ ਸਾਰੀ ਸੁੱਧ ਸਾਰ ਲੈਂਦੇ ਰਹਿਣਾ, ਆਪਣੇ ਗੁਪਤਚਰ ਦੁਸ਼ਮਣਾਂ ਵਿੱਚ ਭੇਜ ਕੇ ਉਥੋਂ ਦੀ ਸੋਹ ਵੀ ਮੰਗਾਉਂਦੇ ਰਹਿਣਾ ਹੈ। ਜਵਾਲਾ ਬਮਣੀ ਤਿਆਰ ਧਰੋ ਨਿਤ, ਔਰ ਬੰਦੂਕਾਂ ਜਵਾਲਾ ਬਮਣੀ ਕਹਿੰਦੇ ਨੇ ਬੰਦੂਕ ਨੂੰ, ਅੱਗ ਉਗਲਣ ਵਾਲੀ। ਕਹਿੰਦੇ ਬੰਦੂਕਾਂ ਨੂੰ ਹਮੇਸ਼ਾ ਤਿਆਰ ਰੱਖਣਾ, ਕਿਸੇ ਯੋਧੇ ਦੀ ਬੰਦੂਕ ਖਾਲੀ ਨਾ ਹੋਵੇ, ਸਾਰਿਆਂ ਦੀਆਂ ਬੰਦੂਕਾਂ ਦੇ ਵਿੱਚ ਗੋਲੀਆਂ ਅਸਲਾ ਪਾਇਆ ਹੋਵੇ। ਹਿੰਦੂ ਤੁਰਕ ਲਿਓ ਬੈਰੀ, ਔਰ ਭਾਈ ਇਹ ਜਿਤਨੇ ਤੁਰਕ ਨੇ ਮਲੇਛ ਨੇ, ਤੇ ਚਾਹੇ ਉਹ ਪਹਾੜੀਏ ਹਿੰਦੂ ਨੇ, ਇਸ ਵੇਲੇ ਇਹ ਨਹੀਂ ਵੇਖਣਾ ਵੀ ਇਹ ਹਿੰਦੂ ਨੇ ਜਾਂ ਮੁਸਲਮਾਨ ਨੇ, ਇਸ ਵੇਲੇ ਵੇਖਣਾ ਕਿ ਇਹ ਤੁਹਾਡੇ ਦੁਸ਼ਮਣ ਨੇ ਜਿਹੜੇ ਤੁਹਾਡੇ ਤੇ ਚੜ ਕੇ ਆਏ ਹੋਏ ਨੇ। ਉਦੋਂ ਇਹ ਨਹੀਂ ਵੇਖਣਾ ਵੀ ਇਹ ਪਹਾੜੀਏ ਹਿੰਦੂ ਨੇ ਇਹਨਾਂ ਨੂੰ ਛੱਡ ਦਈਏ ਜਾਂ ਇਹ ਮੁਸਲਮਾਨ ਨੇ ਇਹਨਾਂ ਨੂੰ ਛੱਡ ਦਈਏ। ਜਦੋਂ ਚੜ ਕੇ ਆ ਗਏ ਫਿਰ ਕਾਹਦੇ ਮਿੱਤਰ ਹੋਏ, ਫਿਰ ਇਹ ਤੁਹਾਡੇ ਦੁਸ਼ਮਣ ਹਨ। ਪਿਤਾ ਹੁਕਮ ਸੁਨ ਸ਼੍ਰੀ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਹੁਕਮ ਸੁਣਿਆ। ਤਿਸ ਮੋਰਚੇ ਮੈਂ ਬਾਸਾ, ਔਰ ਕੇਸਗੜ੍ਹ ਸਾਹਿਬ ਵਾਲੇ ਮੋਰਚੇ ਵਿੱਚ ਬਾਬਾ ਅਜੀਤ ਸਿੰਘ ਜੀ ਨੇ ਆਪਣਾ ਪਹਿਰਾ ਲਾ ਲਿਆ। ਸਦਾ ਸੁਚੇਤ ਰਹਿਤ ਗਏ ਸ਼ਸਤਰਨ, ਔਰ ਬਾਬਾ ਅਜੀਤ ਸਿੰਘ ਜੀ ਹਮੇਸ਼ਾ ਸ਼ਸਤਰਾਂ ਦੇ ਸਹਿਤ ਸੁਚੇਤ ਰਹਿੰਦੇ ਨੇ, ਸਾਵਧਾਨ ਰਹਿੰਦੇ ਹਨ। ਨਿਜ ਰਿਪ ਪੁੰਜ ਬਿਨਾਸਾ, ਔਰ ਆਪਣੇ ਦੁਸ਼ਮਣਾਂ ਨੂੰ, ਦੋਖੀਆਂ ਨੂੰ ਵਿਨਾਸ਼ ਕਰਦੇ ਨੇ, ਨਾਸ਼ ਕਰਦੇ ਨੇ। ਨਾਹਰ ਸਿੰਘ ਅਰ ਸ਼ੇਰ ਸਿੰਘ, ਬਾਬਾ ਅਜੀਤ ਸਿੰਘ ਜੀ ਦੇ ਨਾਲ ਬਾਬਾ ਨਾਹਰ ਸਿੰਘ ਜੀ, ਇਸੇ ਤਰ੍ਹਾਂ ਭਾਈ ਸ਼ੇਰ ਸਿੰਘ ਜੀ। ਲੋ ਕੋਟ ਮੈਂ ਛੋਰੇ,
ਉਹ ਇਹਨਾਂ ਦੇ ਨਾਲ ਸਨ। ਉਹ ਵੀ ਆਗਿਆ ਲੈ ਕੇ ਗੁਰਦੇਵ ਦੇ ਹੁਕਮ ਨਾਲ ਮਹਾਰਾਜ ਜੀ ਸਾਰਿਆਂ ਦੀ ਡਿਊਟੀ ਲਾ ਰਹੇ ਨੇ। ਕਿਲਾ ਲੋਹਗੜ੍ਹ ਸਾਹਿਬ ਇਹ ਬੜਾ ਮਜ਼ਬੂਤ ਥਾਂ ਸੀ। ਲੋਹਗੜ੍ਹ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਭਾਈ ਨਾਰ ਸਿੰਘ ਤੇ ਭਾਈ ਸ਼ੇਰ ਸਿੰਘ ਦੀ ਡਿਊਟੀ ਲਾਈ। ਸਿੰਘ ਪੰਚ ਸਹਿ ਸੰਗ ਕਰੇ ਨਿਤ, ਇਹਦਾ ਨਾਲ ਵੀ 500 ਸਿੰਘਾਂ ਦਾ ਜਥਾ ਕੀਤਾ ਸਤਿਗੁਰੂ ਜੀ ਨੇ। ਕਰਤਾ ਸੰਗਰ ਕੋਰੇ, ਔਰ ਇਹ 500 ਸਿੰਘ ਕਾਦੇ ਬੱਬਰ ਸ਼ੇਰ ਸਨ। 500 ਦੇ 500 ਭਿਆਨਕ ਸੰਘਰ ਜੰਗ ਦੇ ਮੈਦਾਨ 'ਚ ਕਰਨ ਵਾਲੇ ਯੋਧੇ ਹਨ। ਸਾਵਧਾਨ ਦਿਨ ਮੈਂ ਨਿਤ ਰਹਤੇ, ਇਹ ਸਾਰਾ ਦਿਨ ਸਾਵਧਾਨ ਰਹਿੰਦੇ ਨੇ। ਲੋਹਗੜ੍ਹ ਕਿਲੇ ਵਿੱਚ ਤਿਆਰ ਬਰ ਤਿਆਰ ਰਹਿੰਦੇ ਨੇ। ਤਥਾ ਰਾਤ ਤਕਰਾਈ, ਔਰ ਰਾਤ ਦੇ ਵੇਲੇ ਵੀ ਪੂਰੀ ਤਕੜਾਈ ਰੱਖਦੇ ਨੇ, ਪਹਿਰਾ ਰੱਖਦੇ ਨੇ। ਸ਼ਤਰੂ ਸਮੀਪ ਹੋਣ ਨ ਦੇਵੇਂ, ਕਿਸੇ ਦੁਸ਼ਮਣ ਨੂੰ ਨੇੜੇ ਨਹੀਂ ਆਉਣ ਦਿੰਦੇ। ਜੇ ਕੋਈ ਮਾੜਾ ਮੋਟਾ ਨੇੜੇ ਆਉਣ ਦਾ ਹੌਸਲਾ ਕਰਦਾ, ਮਾਰ ਕੇ ਗੋਲੀ ਉੱਥੇ ਹੀ ਮਿੱਟੀ 'ਚ ਸੁੱਟ ਦਿੰਦੇ ਨੇ ਉਹਨੂੰ। ਤਜੇ ਤੁਪਕ ਸਮੁਦਾਈ, ਔਰ ਗੋਲੀਆਂ ਦਾਗ ਕੇ ਤਿਨਾਂ ਨੂੰ ਮਾਰ ਮੁਕਾਉਂਦੇ ਜਿਹੜਾ ਕੋਈ ਨੇੜੇ ਟੁਕਦਾ ਹੈ। ਕਬੋਏ ਵੈਰ ਕਰੇ ਰਣ ਜੂਝੇ, ਔਰ ਕਦੇ ਕਦੇ ਕਿਲੇ ਵਿੱਚੋਂ ਬਾਹਰ ਜਾ ਕੇ ਵੀ ਜੰਗ ਦੇ ਮੈਦਾਨ 'ਚ ਦੁਸ਼ਮਣ ਨਾਲ ਜੂਝਦੇ ਹਨ। ਰਿਪਗਨ ਕਰਤ ਬਿਨਾਸ਼ਾ, ਔਰ ਬਹੁਤਿਆਂ ਦੁਸ਼ਮਣਾਂ ਨੂੰ ਮਾਰ ਕੇ ਮਿੰਟਾਂ ਵਿੱਚ ਸਕਿੰਟਾਂ ਦੇ ਵਿੱਚ ਹੀ ਤਲਵਾਰਾਂ ਨਾਲ ਕੱਟ ਕੇ ਰਣ ਭੂਮੀ 'ਚ ਸੁੱਟ ਦਿੰਦੇ ਹਨ। ਗੁਰਬਾਣੀ ਸੰਗ ਧਿਆਨ ਪੜੈ ਨਿਤ, ਔਰ ਜਿੱਥੇ ਜੰਗ ਲੜਦੇ ਨੇ ਸਿੰਘ ਉੱਥੇ ਗੁਰੂ ਕੀ ਬਾਣੀ ਨੂੰ ਬੜੇ ਧਿਆਨ ਨਾਲ ਪਿਆਰ ਨਾਲ ਪੜ੍ਹਦੇ ਨੇ। ਗੁਰਬਾਣੀ ਦੇ ਰਸੀਏ ਹਨ। ਜੀਵਨ ਗੁਰ ਪਰਵਾਸਾ, ਔਰ ਆਪਣੇ ਜੀਵਨ ਦਾ ਗੁਰੂ ਪਾਤਸ਼ਾਹ ਦਾ ਪ੍ਰਵਾਸਾ ਰੱਖਦੇ ਨੇ। ਆਪਣਾ ਜੀਵਨ ਗੁਰੂ ਦੇ ਭਰੋਸੇ ਤੇ ਬਤੀਤ ਕਰਦੇ ਹਨ। ਅਗਮਪੁਰੇ ਆਲਮ ਸਿੰਘ ਜੋਧਾ ਸਿੰਘ, ਤੀਜਾ ਜਿਹੜਾ ਮੋਰਚਾ ਹੈ ਉਹ ਅਗੰਮਪੁਰੇ ਜਿਹੜੀ ਜਗ੍ਹਾ ਹੈ ਨਾ, ਅਗੰਮਪੁਰਾ ਸਾਹਿਬ, ਜਿੱਥੇ ਮਾਤਾ ਜੀਤੋ ਜੀ ਦਾ ਅੰਗੀਠਾ ਉਹਨਾਂ ਦਾ ਸੰਸਕਾਰ ਹੋਇਆ, ਅਗੰਮਪੁਰਾ ਸਾਹਿਬ ਉਹ ਜਗ੍ਹਾ ਹੈ। ਤੀਜਾ ਜਿਹੜਾ ਮੋਰਚਾ ਸਿੰਘਾਂ ਦਾ ਇੱਥੇ ਲੱਗਾ, ਇੱਥੇ ਭਾਈ ਆਲਮ ਸਿੰਘ ਨੱਚਣੇ ਦੀ ਜਥੇਦਾਰ ਦੀ ਡਿਊਟੀ ਹੈ। ਇਹਨਾਂ ਦੀ ਡਿਊਟੀ ਆ ਵੀ ਇਸ ਪਾਸਿਓਂ ਜਿਹੜਾ ਦੁਸ਼ਮਣ ਆਵੇ ਤੁਸੀਂ ਉਹਨਾਂ ਨੂੰ ਰੋਕਣਾ ਹੈ। ਆਲਮ ਸਿੰਘ ਨੱਚਣਾ ਇਹਨਾਂ ਨੂੰ ਤਾਂ ਕਹਿੰਦੇ, ਕਲਗੀਧਰ ਪਾਤਸ਼ਾਹ ਨੇ ਨੱਚਣਾ ਖਿਤਾਬ ਦਿੱਤਾ ਸੀ ਇਹਨਾਂ ਨੂੰ। ਰਣ ਭੂਮੀ 'ਚ ਪੈਂਤਰੇ ਤੇ ਜਦੋਂ ਲੜਦੇ ਸਨ ਤੇ ਇਹਨਾਂ ਦਾ ਪੈਂਤਰਾ ਇੰਨਾ ਤੇਜ਼ ਹੁੰਦਾ ਸੀ ਤੇ ਗੁਰਦੇਵ ਨੇ ਖਿਤਾਬ ਦਿੱਤਾ ਇਹ ਤਾਂ ਨੱਚਣਾ ਹੈ। ਨਾਲੇ ਭਾਈ ਆਲਮ ਸਿੰਘ ਜੀ ਕਲਗੀਧਰ ਪਾਤਸ਼ਾਹ ਦੇ ਗੜਵਈ ਸਨ, ਮਹਾਰਾਜ ਜੀ ਦੇ ਪਹਿਰੇਦਾਰ ਸਿੰਘ ਸਨ। ਤੋ ਭਾਈ ਆਲਮ ਸਿੰਘ ਦੀ ਡਿਊਟੀ ਲੱਗੀ ਹੈ ਅਗੰਮਪੁਰੇ ਵਾਲੀ ਜਗ੍ਹਾ ਤੇ। ਇਹਨਾਂ ਨਾਲ ਦੂਸਰਾ ਸਿੰਘ ਹੈ ਭਾਈ ਜੋਧਾ ਸਿੰਘ। ਪੰਜ ਸੈਲੀ ਨੇ ਤਾਂ ਸੁਚੇਤ, 500 ਸਿੰਘ ਇਹਨਾਂ ਦੇ ਨਾਲ ਉੱਥੇ ਨੇ ਜਿਹੜੇ ਸੁਚੇਤ ਹੋ ਕੇ ਲੜ ਰਹੇ ਨੇ। ਤਹਾਂ ਸੁਚੇਤ ਰਹੇ ਗਏ ਸ਼ਸਤਰਨ, 500 ਸਿੰਘਾਂ ਦੇ ਸਮੇਤ ਭਾਈ ਆਲਮ ਸਿੰਘ ਜੀ, ਭਾਈ ਜੋਧਾ ਸਿੰਘ ਜੀ ਅਗੰਮਪੁਰਾ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਸੁਚੇਤ ਹੋ ਕੇ ਲੜਦੇ ਨੇ। ਰਿਪਟਿਗ ਹੋਣ ਨਾ ਦੀਨੇ, ਉਸ ਪਾਸਿਓਂ ਵੀ ਦੁਸ਼ਮਣ ਨੂੰ ਨੇੜੇ ਨਹੀਂ ਟੁਕਣ ਦਿੱਤਾ। ਉਦੇ ਸਿੰਘ ਬਲਵੰਤ ਬਹਾਦਰ, ਔਰ ਪਾਤਸ਼ਾਹ ਦਾ ਤੀਸਰਾ ਜਰਨੈਲ, ਤੀਸਰਾ ਜਥੇਦਾਰ ਜਿਹਦੀ ਡਿਊਟੀ ਲਾਈ ਹੈ ਸਤਿਗੁਰਾਂ ਨੇ, ਇਹ ਹੈ ਭਾਈ ਉਦੇ ਸਿੰਘ, ਭਾਈ ਮਨੀ ਸਿੰਘ ਦਾ ਪੁੱਤਰ। ਊਚ ਦਮਦਮੇ ਛੋਰਾ, ਇਹ ਬੜਾ ਵੱਡਾ ਬਹਾਦਰ ਹੈ। ਜਿੱਥੇ ਦਮਦਮਾ ਸਾਹਿਬ ਜਗ੍ਹਾ ਆਨੰਦਪੁਰ ਸਾਹਿਬ 'ਚ ਮਹਾਰਾਜ ਜੀ ਦੀਵਾਨ ਸਜਾਉਂਦੇ ਸੀ, ਉੱਥੇ ਭਾਈ ਉਦੇ ਸਿੰਘ ਦੀ ਡਿਊਟੀ ਲਾਈ ਹੈ ਕਿ ਦਮਦਮਾ ਸਾਹਿਬ ਵਾਲੀ ਜਗ੍ਹਾ ਤੇ ਤੁਸੀਂ ਮੋਰਚਾ ਰੱਖਣਾ, ਉਧਰੋਂ ਦੁਸ਼ਮਣ ਆਵੇ। ਵੇਖੋ ਕਿੱਡੀ ਵੱਡੀ ਵਿਉਂਤਬੰਦੀ, ਚਾਰੇ ਪਾਸੇ ਜਿਹੜੇ ਕਿਲੇ ਬਣਾਏ ਨੇ ਮਹਾਰਾਜ ਸੱਚੇ ਪਾਤਸ਼ਾਹ ਨੇ, ਮੋਰਚੇ ਬਣਾਏ ਨੇ, ਉਹ ਇਹੋ ਜਿਹੇ ਢੰਗ ਦੇ ਸਨ ਵੀ ਦੁਸ਼ਮਣ ਚਾਰੇ ਪਾਸਿਓਂ ਅੰਦਰ ਪ੍ਰਵੇਸ਼ ਨਹੀਂ ਸੀ ਕਰ ਸਕਦਾ। ਤੋ ਦਮਦਮਾ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਆਨੰਦਪੁਰ ਸਾਹਿਬ, ਉੱਥੇ ਭਾਈ ਉਦੇ ਸਿੰਘ ਦੀ ਡਿਊਟੀ ਲਾਈ। 100 ਸਿੰਘ ਸੰਗ ਮੈਂ ਰੱਖ ਕਰ, ਭਾਈ ਉਦੇ ਸਿੰਘ ਦੇ ਨਾਲ ਕੇਵਲ 100 ਸਿੰਘਾਂ ਦਾ ਜਥਾ ਹੈ, ਕਿਉਂਕਿ ਉੱਥੇ ਕੋਈ ਬਹੁਤਾ ਦੁਸ਼ਮਣ ਦਾ ਹਮਲਾ ਨਹੀਂ ਸੀ ਹੋਣਾ। ਉਹ ਹਰਿਆਊ ਦਸਤਾ ਜਿਵੇਂ ਹੁੰਦਾ ਵੀ ਜਿਸ ਪਾਸੇ ਲੋੜ ਹੋਵੇ ਉਸ ਪਾਸੇ ਜਾਣਾ ਹੈ। ਸ਼ਸਤਰਨ ਕੋ ਸਿਰ ਫੋਰਾ, ਔਰ ਹੱਥ ਵਿੱਚ ਸ਼ਸਤਰ ਪਕੜ ਕੇ ਦੁਸ਼ਮਣਾਂ ਦੇ ਸਿਰ ਤੋੜ ਦਿੱਤੇ ਹਨ। ਮੋਕਮ ਸਿੰਘ ਸਾਹਿਬ ਸਿੰਘ ਜੋਧਾ, ਮਹਾਰਾਜ ਜੀ ਦੇ ਪੰਜਾਂ ਪਿਆਰਿਆਂ ਚੋਂ ਸਿੰਘ ਭਾਈ ਮੋਕਮ ਸਿੰਘ ਜੀ, ਪਿਆਰੇ ਭਾਈ ਸਾਹਿਬ ਸਿੰਘ ਜੀ ਜੋ ਬੜੇ ਯੋਧੇ ਹਨ। ਫਿਰ ਹੋਲੇ ਗੜ ਥਾਨਾ, ਇਹ ਪੰਜਵਾਂ ਥਾਂ ਹੈ ਕਿਲਾ ਹੋਲਗੜ੍ਹ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ।
ਹੋਲਗੜ੍ਹ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਇਹਨਾਂ ਨੂੰ ਛੱਡਿਆ। ਇੱਥੇ ਵੀ ਕਿਲਾ ਬਣਾਇਆ ਹੋਇਆ ਹੋਲਗੜ੍ਹ। ਸਿੰਘ 400 ਸੰਗ ਰਾਖ ਕਰ, ਇਹਨਾਂ ਨਾਲ 400 ਸਿੰਘ ਨੇ, ਭਾਈ ਸਾਹਿਬ ਸਿੰਘ ਤੇ ਭਾਈ ਮੋਹਕਮ ਸਿੰਘ ਜੀ ਨਾਲ। ਰਹੇ ਸਦਾ ਸਾਵਧਾਨਾ, ਇਹ ਵੀ ਉੱਥੇ ਸਾਵਧਾਨ ਹੋ ਕੇ ਤਿਆਰ ਬਰ ਤਿਆਰ ਰਹਿੰਦੇ ਹਨ। ਸ਼੍ਰੀ ਗੁਰ ਪ੍ਰਭ ਥਿਰ ਰਹੇ ਆਨੰਦਪੁਰ, ਕਲਗੀਧਰ ਜੀ ਬਾਕੀ ਸਿੰਘਾਂ ਦੇ ਜਥੇ ਨੂੰ ਲੈ ਕੇ ਆਨੰਦਪੁਰ ਸਾਹਿਬ ਦੇ ਵਿੱਚ ਥਿਰ ਹਨ। ਕਬ ਕਬ ਲਾਏ ਦੀਵਾਨਾ, ਕਦੇ ਕਦੇ ਸਤਿਗੁਰੂ ਜੀ ਦੀਵਾਨ ਵੀ ਸਜਾਉਂਦੇ ਹਨ। ਆਪਣੋ ਆਪ ਦਿਖਾਵੇਂ ਤੁਰਕਨ, ਤੇ ਜਾਣ ਬੁੱਝ ਕੇ ਦੀਵਾਨ ਉੱਚੇ ਥਾਂ ਤੇ ਲਾਉਂਦੇ ਵੀ ਦੁਸ਼ਮਣਾਂ ਨੂੰ ਨਜ਼ਰ ਆਈਏ ਜਿੱਥੇ ਬੈਠੇ ਹੋਏ। ਜਾਣ ਕੇ ਉੱਚਾ ਦਮਦਮਾ ਸਾਹਿਬ ਹੁੰਦਾ, ਉੱਥੇ ਆ ਕੇ ਦੀਵਾਨ ਲਾ ਲੈਂਦੇ ਆ। ਤੇ ਦੀਵਾਨ ਉੱਚੇ ਥਾਂ ਤੇ ਲਾਉਂਦੇ ਨੇ ਜਿੱਥੇ ਤੁਰਕਾਂ ਨੂੰ, ਦੁਸ਼ਮਣਾਂ ਨੂੰ ਸਤਿਗੁਰੂ ਜੀ ਨਜ਼ਰ ਆਉਣ। ਹੋਏ ਪਰੇ ਕਮਸਾਨਾ, ਔਰ ਕਈ ਵੇਰੀ ਘਮਾਸਾਨ ਜੰਗ ਹੁੰਦਾ ਹੈ। ਗਿਰਨ ਦਿਸ਼ਾ ਮੈਂ ਦਇਆ ਸਿੰਘ, ਇਧਰ ਪਹਾੜੀ ਰਾਜਿਆਂ ਵਾਲੇ ਪਾਸੇ ਪਿਆਰੇ ਭਾਈ ਦਇਆ ਸਿੰਘ ਜੀ ਦੀ ਡਿਊਟੀ ਲੱਗੀ ਹੋਈ ਹੈ। ਰਾਖੇ ਬਹੁਤ ਤਕਰਾਈ, ਉਧਰ ਭਾਈ ਦਇਆ ਸਿੰਘ ਜੀ ਬੜੀ ਤਕੜਾਈ ਰੱਖਦੇ ਆ, ਜਿੱਧਰੋਂ ਪਹਾੜੀ ਰਾਜਿਆਂ ਦੀ ਫੌਜ ਉਤਰੀ ਹੋਈ ਹੈ। ਇਮ ਸਤਗੁਰ ਮੋਰਚਨ ਮੈਂ ਰਾਖੇ, ਤਾਂ ਸਤਿਗੁਰੂ ਜੀ ਨੇ ਸਾਰੇ ਸਿੰਘਾਂ ਦੀ ਮੋਰਚਿਆਂ ਵਿੱਚ ਵੱਖੋ ਵੱਖਰੀ ਡਿਊਟੀ ਲਾ ਦਿੱਤੀ ਹੈ ਸਾਰੇ ਪਾਸਿਓਂ। ਨਿਜ ਜੋਧਾ ਸਮੁਦਾਈ, ਆਪਣੇ ਸਾਰੇ ਯੋਧਿਆਂ ਨੂੰ ਇਸ ਤਰ੍ਹਾਂ ਗੁਰਦੇਵ ਨੇ ਆਪ ਵੰਡ ਕੇ ਸਾਰਿਆਂ ਦੀ ਡਿਊਟੀ ਲਾਈ ਕਲਗੀਧਰ ਜੀ ਨੇ। ਜੁਗ ਸੂਬੇ ਆਪਸ ਮੈਂ ਮਿਲ ਕਰ, ਇਧਰ ਦੋਵੇਂ ਸੂਬੇਦਾਰ ਲਾਹੌਰ ਤੇ ਸੂਬੇਦਾਰ ਸਰਹੰਦ, ਯਾਨੀ ਕਿ ਵਜ਼ੀਰ ਖਾਨ ਤੇ ਜ਼ਬਰਦਸਤ ਖਾਨ, ਇਹ ਦੋਵੇਂ ਸੂਬੇਦਾਰ ਮਿਲ ਕੇ ਪੂਰਬ ਦਿਸ਼ ਕੀਏ ਡੇਰਾ, ਇਹਨਾਂ ਨੇ ਆਨੰਦਪੁਰ ਸਾਹਿਬ ਦੇ ਚੜ੍ਹਦੇ ਵਾਲੇ ਪਾਸੇ ਡੇਰਾ ਕੀਤਾ ਹੋਇਆ ਹੈ। ਚਮੂ ਸਿਰੰਦੀ ਸਕਲ ਪਸਾਰੀ, ਔਰ ਸਰਹੰਦੀ ਫੌਜ ਜਿਹੜੀ ਚੜ੍ਹ ਕੇ ਗਈ ਆ ਨਾਲ, ਉਹ ਚੜ੍ਹਦੇ ਵਾਲੇ ਪਾਸੇ ਆਨੰਦਪੁਰ ਸਾਹਿਬ ਦੇ ਉਤਰੇ ਹੋਏ ਨੇ। ਗਿਰ ਸੁਤਦਰ ਲਗ ਘੇਰਾ, ਔਰ ਇਹਨਾਂ ਨੇ ਸਤਲੁਜ ਦਰਿਆ ਤੱਕ ਦਾ ਜਿਹੜਾ ਇਲਾਕਾ ਉਹ ਘੇਰਿਆ ਹੋਇਆ ਹੈ। ਦੱਖਣ ਦਿਸ਼ ਦਿੱਲੀ ਕੋ ਲਸ਼ਕਰ, ਆਨੰਦਪੁਰ ਸਾਹਿਬ ਦੀ ਜਿਹੜੀ ਦੱਖਣੀ ਬਾਹੀ ਆ ਉਸ ਪਾਸੇ ਦਿੱਲੀ ਦੀ ਫੌਜ ਜਿਹੜੀ ਆਈ ਹੋਈ ਹੈ, ਲਸ਼ਕਰ ਦਿੱਲੀੋਂ ਆਇਆ ਹੈ, ਉਹਨਾਂ ਨੇ ਉਤਾਰਾ ਕੀਤਾ ਹੋਇਆ ਹੈ। ਅਗੰਮਪੁਰੇ ਲਗ ਸਾਰੇ, ਅਗੰਮਪੁਰਾ ਸਾਹਿਬ ਜਿੱਥੇ ਉੱਥੇ ਤੱਕ ਕਹਿੰਦੇ ਉਤਰੇ ਹੋਏ ਨੇ। ਤੋਪ ਤੁਪਕ ਤਿਆਰੀ ਕਰ ਤਰਕਸ਼, ਉੱਥੇ ਤੋਪਾਂ ਬੰਦੂਕਾਂ ਤੀਰ ਤਿਆਰ ਕਰਕੇ ਰੱਖੇ ਹੋਏ ਨੇ। ਤਹਾਂ ਮੋਰਚੇ ਤਾਰੇ, ਉੱਥੇ ਇਹਨਾਂ ਨੇ ਅਗੰਮਪੁਰੇ ਤੱਕ ਦੱਖਣ ਦਿਸ਼ਾ ਵਾਲੇ ਪਾਸੇ ਮੋਰਚੇ ਲਾਏ ਹੋਏ ਨੇ, ਦਿੱਲੀ ਤੋਂ ਆਈ ਫੌਜ ਨੇ। ਪশ্ਚਮ ਦਿਸ਼ ਮੈਂ ਲਵਪੁਰ ਸੈਨਾ, ਔਰ ਜਿਹੜੀ ਪੱਛਮੀ ਬਾਹੀ ਹੈ ਉਸ ਪਾਸੇ ਲਾਹੌਰ ਦੀ ਸੈਨਾ ਉਤਰੀ ਹੋਈ ਹੈ। ਆਪਸ ਮੈਂ ਮਿਲ ਡੋਰੇ, ਇਹ ਤਾਂ ਆਪਸ ਵਿੱਚ ਮਿਲ ਕੇ ਇਹਨਾਂ ਨੇ ਡੇਰੇ ਕੀਤੇ ਹੋਏ ਨੇ। ਅੰਤਰ ਨਹੀਂ ਤਨਕ ਪੀ ਰਾਖਿਓ, ਔਰ ਇਹਨਾਂ ਸੰਘਣਾ ਘੇਰਾ ਕੀਤਾ ਹੋਇਆ ਚਾਰੇ ਪਾਸਿਓਂ ਕਿ ਇਹਨਾਂ ਨੇ ਵਿੱਚ ਮਾੜਾ ਮੋਟਾ ਵੀ ਫਰਕ ਨਹੀਂ ਛੱਡਿਆ ਵੀ ਵਿੱਚੋਂ ਕੋਈ ਲੰਘ ਕੇ ਨਾ ਜਾ ਸਕੇ। ਇਹਨਾਂ ਸੰਘਣਾ ਘੇਰਾ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਦ੍ਰਿੜ ਹੋਇਓ ਕਾਲਿਓ ਘੇਰੇ, ਬੜੇ ਪੱਕੇ ਹੋ ਕੇ ਇਹਨਾਂ ਨੇ ਘੇਰਾਬੰਦੀ ਕੀਤੀ ਹੋਈ ਹੈ। ਪਰਬਤ ਦਿਸ਼ ਪਰਬਤ ਪਤੀ ਗਨ ਕੀ, ਔਰ ਜਿਹੜਾ ਪਹਾੜ ਵਾਲਾ ਪਾਸਾ ਹੁੰਦਾ ਹੈ, ਜਿਹਨੂੰ ਆਪਾਂ ਉੱਤਰੀ ਬਾਹੀ ਕਹਿ ਦਿੰਦੇ, ਪਹਾੜ ਵਾਲਾ ਪਾਸਾ, ਉਸ ਪਾਸੇ ਪਹਾੜੀਆਂ ਦਾ ਡੇਰਾ ਕੀਤਾ ਹੋਇਆ ਹੈ। ਚੜ੍ਹਦੇ ਵਾਲੇ ਪਾਸੇ ਸਰਹੰਦ ਦੀ ਫੌਜ ਉਤਰੀ ਹੋਈ ਹੈ, ਲਹਿੰਦੇ ਵਾਲੇ ਪਾਸੇ ਲਾਹੌਰ ਦੀ ਫੌਜ ਉਤਰੀ ਹੋਈ ਹੈ, ਔਰ ਦੱਖਣੀ ਬਾਹੀ ਵਾਲੇ ਪਾਸੇ ਆਨੰਦਪੁਰ ਸਾਹਿਬ ਦੇ ਆਗੰਮਪੁਰਾ ਸਾਹਿਬ ਵਾਲਾ ਪਾਸਾ ਜਿਹੜਾ ਇਸ ਪਾਸੇ ਦਿੱਲੀ ਦੀ ਫੌਜ ਹੈ, ਔਰ ਜਿਹੜਾ ਪਹਾੜ ਵਾਲਾ ਪਾਸਾ ਹੈ ਉੱਤਰੀ ਬਾਹੀ ਵਾਲਾ ਆਨੰਦਪੁਰ ਸਾਹਿਬ ਦਾ, ਉੱਥੇ ਪਹਾੜੀ ਰਾਜੇ ਉਤਰੇ ਹੋਏ ਨੇ। ਜਮੂ ਪਰੀ ਸਾਵਧਾਨਾ, ਚਾਰੇ ਪਾਸੇ ਸਾਵਧਾਨ ਹੋ ਕੇ ਫੌਜ ਉਤਰੀ ਹੋਈ ਹੈ ਘੇਰਾਬੰਦੀ ਕਰਕੇ। ਗਜਬਾਜੀ ਗਨ ਲਗੇ ਤਬੇਲੇ, ਹਾਥੀ ਘੋੜਿਆਂ ਦੇ ਤਬੇਲੇ ਲੱਗੇ ਹੋਏ ਨੇ। ਸ਼ਬਦ ਉਠੇ ਜੈ ਨਾਨਾ, ਔਰ ਉਹਨਾਂ ਦੀ ਆਵਾਜ਼ ਨਾਲ ਕਹਿੰਦੇ ਆਕਾਸ਼ ਗੂੰਜਦਾ, ਨਾਨਾ ਪ੍ਰਕਾਰ ਦੇ ਸ਼ਬਦ ਸੁਣਦੇ ਨੇ। ਲੱਖੋਂ ਲਸ਼ਕਰ ਚੋਂ ਦਿਸ਼ ਉਤਰੇ, ਲੱਖਾਂ ਦੀ ਗਿਣਤੀ 'ਚ ਲਸ਼ਕਰ ਚਾਰੇ ਪਾਸੇ ਉਤਰਿਆ ਹੋਇਆ, ਗਿਣਤੀ ਨਹੀਂ ਆਉਂਦੀ। ਤੰਬੂ ਗਨ ਸ਼ਮਿਆਨੇ, ਉਹਨਾਂ ਦੇ ਤੰਬੂ ਸ਼ਮਿਆਨੇ ਤਾਣੇ ਹੋਏ ਨੇ, ਡੇਰੇ ਲੱਗੇ ਹੋਏ ਨੇ ਚਾਰੇ ਪਾਸੇ। ਜੈ ਕੈ ਪਿਕੀਅਤ ਕੱਪੜ ਕੋਟ ਕੋ, ਕਹਿੰਦੇ ਜਿੱਧਰ ਵੀ ਨਿਗਾਹ ਮਾਰੀ ਆਨੰਦਪੁਰ ਸਾਹਿਬ ਦੇ ਚਾਰੇ ਪਾਸੇ ਕੱਪੜਿਆਂ ਦੇ ਕਿਲੇ ਹੀ ਦਿਸਦੇ ਨੇ ਬਣੇ ਹੋਏ, ਤੰਬੂ ਲਾਏ ਹੋਏ, ਸ਼ਮਿਆਨੇ ਲਾਏ ਹੋਏ ਨੇ। ਕਹਿੰਦੇ ਕੱਪੜਿਆਂ ਦੇ ਕਿਲੇ ਦਿਸਦੇ ਨੇ ਚਾਰੇ ਪਾਸੇ। ਬਰਨ ਬਰਨ ਬਨ ਬਾਨੇ, ਔਰ ਕਈ ਤਰ੍ਹਾਂ ਦੇ ਰੰਗਾਂ ਦੇ ਉਹ ਸ਼ਮਿਆਨੇ ਜਿਹੜੇ ਨੇ ਉਹ ਤਣੇ ਹੋਏ ਦਿਸਦੇ ਨੇ। ਤਿਮ ਝੰਡੇ ਚੋਂ ਦਿਸ਼ ਮੈਂ ਫਿਰ ਉੱਚੇ, ਚਾਰੇ ਪਾਸੇ ਝੰਡੇ ਦਿਸਦੇ ਨੇ ਇਹਨਾਂ ਦੇ,
ਸਾਰਿਆਂ ਤੁਰਕਾਂ ਦੇ ਵੱਖੋ ਵੱਖਰੇ ਜਿਹੜੇ ਨੇ ਉਹ ਝੰਡੇ ਨੇ, ਉਹਨਾਂ ਦੀਆਂ ਜਿਹੜੀਆਂ ਮਿਸਲਾਂ ਨੇ ਉਹਨਾਂ ਦੇ ਅੱਗੋਂ ਵੱਖੋ ਵੱਖਰੇ ਝੰਡੇ ਨੇ ਰੰਗਾਂ ਦੇ। ਝੂਲਤ ਨਾਨਾ ਰੰਗਾ, ਨਾਨਾ ਪ੍ਰਕਾਰ ਦੇ ਰੰਗਾਂ ਦੇ ਝੰਡੇ ਚਾਰੇ ਪਾਸੇ ਝੂਲਦੇ ਦਿਸਦੇ ਨੇ ਤੁਰਕਾਂ ਦੇ ਪਹਾੜੀਆਂ ਦੇ। ਗੱਜ ਚਿੰਗਾਰਤ ਹਯਨ ਹੀ ਰੇਖਾ, ਹਾਥੀ ਝੰਗਾਰਦੇ ਨੇ, ਘੋੜੇ ਹਿਣਕਦੇ ਨੇ, ਊਟਤ ਸ਼ਬਦ ਉਤੰਗਾ, ਔਰ ਬੜਾ ਭਿਆਨਕ ਨਾਦ ਆਵਾਜ਼ ਸੁਣਾਈ ਦਿੰਦੀ ਹੈ। ਲੱਕੜੀ ਕਾਸ ਨਿਖੂਟੀ ਜੈ ਕੇ, ਔਰ ਕਹਿੰਦੇ ਹੁਣ ਨਾ ਲੱਕੜਾਂ ਲੱਭਦੀਆਂ ਨੇ ਚਾਰੇ ਪਾਸਿਓਂ, ਨਾ ਘਾਹ ਲੱਭਦਾ, ਇੰਨੇ ਪਸ਼ੂ ਜਾਨਵਰ ਨੇ। ਫੌਜ ਇੰਨੀ ਲੱਕੜਾਂ ਨਹੀਂ ਲੱਭਦੀਆਂ ਲੰਗਰ ਪ੍ਰਸ਼ਾਦੇ ਵਾਸਤੇ, ਨਾ ਘਾਹ ਦਿਸਦਾ ਹੈ। ਕਹਿੰਦੇ ਇੰਨੀ ਜ਼ਿਆਦਾ ਤੰਗੀ ਬਾਹਰ ਤੁਰਕਾਂ ਨੂੰ ਆਈ ਹੋਈ ਹੈ। ਦੂਰ ਦੂਰ ਤੇ ਆਨੇ, ਹੁਣ ਦੂਰੋਂ ਦੂਰੋਂ ਜਾ ਕੇ ਲੱਕੜੀ ਤੇ ਘੋੜਿਆਂ ਦੇ ਘਾਹ ਪੱਠੇ ਦਾ ਪ੍ਰਬੰਧ ਕਰਦੇ ਹਨ। ਭਰਤੀ ਅੰਨ ਕਨੀ ਚਲ ਆਵਤ, ਔਰ ਰੋਜ਼ ਅੰਨ ਦੀ ਭਰਤੀ ਹੁੰਦੀ ਆ। ਦਿੱਲੀੋਂ, ਲਾਹੌਰ ਤੋਂ, ਸਰਹੰਦ ਤੋਂ ਰੋਜ਼ ਅੰਨ ਦੇ ਗੱਡੇ ਭਰ ਕੇ ਲਿਆਉਂਦੇ ਨੇ। ਦੇਸ਼ ਵਿਦੇਸ਼ ਮਾਨੇ, ਦੇਸ਼ਾਂ ਵਿਦੇਸ਼ਾਂ ਚੋਂ ਅੰਨ ਦੀ ਉਗਰਾਹੀ ਚੱਲ ਪਈ ਵੀ ਸਾਡਾ ਜੰਗ ਲੱਗਾ ਹੈ, ਸਾਰੇ ਅੰਨ ਭੇਜਣ, ਇੱਥੇ ਰਸਤਾ ਬਸਤਾ ਭੇਜਣ। ਅੰਤਰ ਨਹੀਂ ਪ੍ਰਵੇਸ਼ਨ ਦੇਵੇ, ਪਰ ਬਾਹਰੋਂ ਅੰਦਰ ਆਨੰਦਪੁਰ ਸਾਹਿਬ ਦੇ ਵਿੱਚ ਨਹੀਂ ਪ੍ਰਵੇਸ਼ ਹੋਣ ਦਿੰਦੇ, ਬਾਹਰੋਂ ਹੀ ਆਪਣੇ ਕੋਲ ਕਬਜ਼ਾ ਕਰ ਲੈਂਦੇ। ਜੇ ਕੋਈ ਗੁਰਸਿੱਖ ਲੈ ਕੇ ਆਉਂਦਾ ਤਾਂ ਉਹਦੇ ਕੋਲੋਂ ਵੀ ਖੋਹ ਲੈਂਦੇ ਨੇ। ਚੌਂ ਦਿਸ਼ ਰੱਖ ਤਕਰਾਈ, ਇਦਾਂ ਚਾਰੇ ਪਾਸਿਓਂ ਇਹਨਾਂ ਨੇ ਤਕੜਾਈ ਕੀਤੀ, ਆਨੰਦਪੁਰ ਸਾਹਿਬ ਦੀ ਘੇਰਾਬੰਦੀ ਕੀਤੀ ਹੈ। ਸ਼੍ਰੀ ਆਨੰਦਪੁਰ ਇਸ ਬਿਦ ਘੇਰੇ, ਆਨੰਦਪੁਰ ਸਾਹਿਬ ਜਦੋਂ ਘੇਰਿਆ, ਮਿਲ ਮੂਰਖ ਸਮੁਦਾਈ, ਇਹ ਸਾਰੇ ਮੂਰਖਾਂ ਦਾ ਟੋਲਾ ਜਿਹੜਾ ਚਾਰੇ ਪਾਸੇ ਇਕੱਠੇ ਹੋ ਕੇ ਬੈਠੇ ਹਨ। ਰਹੇ ਮੋਰਚੇ ਨਿਜ ਨਿਜ ਨਿਸਮੇ, ਔਰ ਰਾਤ ਨੂੰ ਆਪੋ ਆਪਣਿਆਂ ਮੋਰਚਿਆਂ 'ਚ ਰਹਿੰਦੇ ਹਨ। ਸਿੰਘ ਕੇ ਤੁਰਕ ਪਹਾੜੀ, ਭਾਵੇਂ ਇੱਧਰ ਸਿੰਘ ਨੇ ਤੇ ਭਾਵੇਂ ਉਧਰ ਤੁਰਕ ਤੇ ਪਹਾੜੀਏ ਹਨ। ਜਾਗਤ ਰਖੇ ਸੁਚੇਤੀ ਸਭ ਬਿਦ, ਰਾਤ ਨੂੰ ਮੋਰਚਿਆਂ ਵਿੱਚ ਵੀ ਜਾਗਦੇ ਰਹੋ ਦੀ ਆਵਾਜ਼ ਸੁਣਾਈ ਦਿੰਦੀ ਹੈ। ਠਾਂਡੇ ਬਾਰੋ ਬਾਰੀ, ਵਾਰੋ ਵੇਰੀ ਮੋਰਚਿਆਂ ਦੇ ਵਿੱਚ ਖਲੋਂਦੇ ਨੇ ਰਾਤ ਨੂੰ। ਦਿਨ ਮੈਂ ਜੇ ਪ੍ਰਧਾਨ ਅਰ ਰਾਜੇ, ਤੇ ਜਦੋਂ ਦਿਨ ਦਾ ਵੇਲਾ ਹੁੰਦਾ ਤੇ ਜਿਹੜੀ ਤੁਰਕਾਂ ਦੀ ਫੌਜ ਦੇ ਪ੍ਰਧਾਨ ਨੇ ਜਾਂ ਜਿੰਨੇ ਰਾਜੇ ਹਨ, ਸਭ ਸੂਬਨ ਟਿਕ ਜਾਵੇ, ਇਹ ਸੂਬੇਦਾਰਾਂ ਦੇ ਕੋਲ ਆ ਕੇ ਪਹੁੰਚਦੇ ਹਨ, ਜਿੱਥੇ ਦੋਵੇਂ ਸੂਬੇਦਾਰਾਂ ਦਾ ਡੇਰਾ ਹੈ। ਕਰੇ ਵਾਰਤਾ ਅਨਕ ਬਿਦਨ ਕੀ, ਉੱਥੇ ਆ ਕੇ ਫਿਰ ਇਕੱਠੇ ਹੋ ਕੇ ਮੀਟਿੰਗ ਕਰਦੇ ਨੇ, ਸਲਾਹਾਂ ਕਰਦੇ ਨੇ, ਯਤਨ ਸਮੂਹ ਬਣਾਵੇ, ਔਰ ਕਈ ਤਰ੍ਹਾਂ ਦੇ ਯਤਨ ਬਣਾਉਂਦੇ ਹਨ ਲੜਨ ਦੇ। ਜ਼ੇਰ ਦਸਤ ਅਰ ਖਾਨ ਵਜੀਦਾ, ਜ਼ਬਰਦਸਤ ਖਾਨ ਤੇ ਵਜੀਦ ਖਾਨ, ਭੀਮ ਚੰਦ ਕਹਿਲੂਰੀ, ਰਾਜਾ ਭੀਮ ਚੰਦ ਕਹਿਲੂਰੀ ਵੀ ਇਹਨਾਂ ਦੇ ਕੋਲ ਹੈ। ਅਪਰ ਗਿਰੇਸ਼ਵਰ ਬਨੇ ਸਲਾਮੀ, ਹੋਰ ਵੀ ਕਈ ਪਹਾੜੀ ਰਾਜੇ ਆ ਕੇ ਇਹਨਾਂ ਨੂੰ ਸਲਾਮਾ ਕਰਦੇ ਨੇ। ਭੂਪ ਚੰਦ ਅੰਡੂਰੀ, ਰਾਜਾ ਭੂਪ ਚੰਦ ਹੰਡੂਰੀਆ ਵੀ ਸਲਾਮ ਕਰਦਾ ਆ ਕੇ। ਬਹੁ ਪ੍ਰਕਾਰ ਕੀ ਮਸਲਤ ਗਿਨਤੇ, ਤਾਂ ਸਾਰੇ ਰਲ ਕੇ ਕਈ ਤਰ੍ਹਾਂ ਦੀਆਂ ਮਸਲਤਾਂ ਸਲਾਹਾਂ ਕਰਦੇ ਹਨ। ਗਿਣਤੀ ਪਨੇ ਬਡੇਰੀ, ਔਰ ਇਹ ਪਹਾੜੀ ਰਾਜੇ ਆ ਕੇ ਇਹਨਾਂ ਦੋਨਾਂ ਸੂਬੇਦਾਰਾਂ ਅੱਗੇ ਨੱਕਾਂ ਰਗੜ ਕੇ ਬੇਨਤੀਆਂ ਕਰਦੇ ਨੇ। ਕਰੇ ਖੁਸ਼ਾਮਦ ਤੁਰਕਨ ਕੇ, ਔਰ ਇਹਨਾਂ ਤੁਰਕਾਂ ਦੀਆਂ ਖੁਸ਼ਾਮਦਾਂ ਕਰਦੇ ਨੇ ਮਲੇਛ। ਕੋਪ ਨਾ ਹੋਏ ਕਿਸ ਬੇਰੀ, ਮਨ 'ਚ ਏਦਾਂ ਖੁਸ਼ਾਮਦ ਕਰਦੇ ਵੀ ਕਿਤੇ ਸੂਬੇਦਾਰ ਜੀ ਨਾਰਾਜ਼ ਨਾ ਹੋ ਜਾਣ, ਕਿਤੇ ਸਾਡੇ ਨਾਲ ਖਿਜ ਨਾ ਪੈਣ। ਏਦਾਂ ਝੁਕ ਕੇ ਸਲਾਮਾਂ ਤੇ ਖੁਸ਼ਾਮਦਾਂ ਕਰਦੇ। ਕਿੰਨੀ ਗੈਰਤ ਮਰੀ ਹੋਈ ਹੈ ਇਹਨਾਂ ਪਹਾੜੀਆਂ ਦੀ। ਇਤ ਸਤਗੁਰ ਟਿਗ ਦੋਨ ਸਮੇਂ ਮੈਂ, ਇਹ ਤਾਂ ਉਧਰ ਤੁਰਕਾਂ ਦੇ ਤੇ ਪਹਾੜੀਆਂ ਦੇ ਹਾਲਾਤ ਨੇ। ਇਧਰ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਦੋਵੇਂ ਵੇਲੇ ਸਵੇਰੇ ਤੇ ਸ਼ਾਮ ਨੂੰ ਭਲੇ ਸਿੰਘ ਚਲੇ ਆਵੇ, ਭਲੇ ਸਿੰਘ ਚੱਲ ਕੇ ਆਉਂਦੇ ਆ। ਸਤਿਗੁਰਾਂ ਦੇ ਕੋਲ ਦੀਵਾਨ ਸਜਦਾ ਹੈ। ਦਰਸ਼ਨ ਪਰਸੇ ਹਰਖੇ ਉਰਮੇ, ਸਿੰਘ ਦਰਸ਼ਨ ਕਰਦੇ ਨਾਲੇ ਪ੍ਰਸੰਨ ਹੁੰਦੇ ਨੇ। ਬੰਦੇ ਸੀਸ ਨਿਵਾਵੇ, ਔਰ ਪਾਤਸ਼ਾਹ ਦੇ ਚਰਨਾਂ 'ਚ ਸੀਸ ਝੁਕਾ ਕੇ ਬੰਦਨਾ ਕਰਦੇ, ਮੱਥਾ ਟੇਕਦੇ ਕਲਗੀਧਰ ਸਵਾਮੀ ਜੀ ਨੂੰ। ਸਭਾ ਲਗੇ ਕੈ ਅਨਕ ਵਾਰਤਾ, ਔਰ ਸਭਾ ਲੱਗਦੀ, ਦੀਵਾਨ ਸਜਦਾ, ਵਾਰਤਾਲਾਪ ਚੱਲਦੀ ਹੈ। ਸੁਨ ਸੁਨ ਕਰ ਗੁਰ ਬੈਨਾ, ਸਤਿਗੁਰੂ ਜੀ ਦੇ ਬਚਨ ਸਾਰੇ ਸਿੰਘ ਸੁਣਦੇ ਹਨ। ਔਰ ਮੋਰਚੇ ਥੇਰੇ ਆਪਨੇ, ਫਿਰ ਜਾ ਕੇ ਮੋਰਚਿਆਂ ਵਿੱਚ ਸ਼ਾਮ ਦੇ ਵੇਲੇ ਟਿਕ ਜਾਂਦੇ ਹਨ। ਕਰੇ ਗੁਜ਼ਾਰਨ ਰਹਿਣਾ, ਉੱਥੇ ਹੀ ਮੋਰਚਿਆਂ 'ਚ ਰਾਤ ਬਤੀਤ ਕਰਦੇ ਨੇ ਗੁਰੂ ਕੇ ਲਾਲ। ਅੰਤਰ ਅੰਨ ਲਵਨ ਕ੍ਰਿਤ ਆਦਿਕ, ਅੰਦਰ ਲੂਣ ਘਿਓ ਆਦਿਕ ਜਿਹੜੀਆਂ ਵਸਤੂਆਂ ਹਨ ਸੋ ਬਰਤਨ ਮੈਂ ਆਵੇ, ਉਹ ਵਰਤਣ ਵਿੱਚ ਆਉਂਦੀਆਂ ਹਨ। ਬੰਦ ਵੈਰ ਤੇ ਪਇਓ ਸਰਬ ਕੁਛ, ਅੰਦਰ ਜਮਾ ਕੀਤਾ ਹੋਇਆ ਸੀ
ਅੰਨ ਵਗੈਰਾ ਉਹ ਤਾਂ ਵਰਤਨ ਚ ਆ ਰਿਹਾ, ਪਰ ਬਾਹਰੋਂ ਆਉਣਾ ਹੁਣ ਬਿਲਕੁਲ ਬੰਦ ਹੋ ਗਿਆ। ਮੈਂ ਪਰਵੇਸ਼ ਬੋ ਪਾਵੇਂ, ਬਾਹਰੋਂ ਹੁਣ ਕੋਈ ਅੰਨ ਜਾਂ ਕੋਈ ਹੋਰ ਰਸਤ ਬਸਤ ਪ੍ਰਵੇਸ਼ ਨਹੀਂ ਹੁੰਦੀ ਆਨੰਦਪੁਰ ਸਾਹਿਬ ਚ। ਇੱਕ ਦਿਨ ਕਲਗੀਧਰ ਆਨੰਦਪੁਰ ਬੈਠੇ, ਇੱਕ ਦਿਨ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਖੇੜੇ ਚ ਆਨੰਦਪੁਰ ਸਾਹਿਬ ਉੱਚੇ ਥਾਂ ਤੇ ਬੈਠੇ ਨੇ। ਬੈਠੇ ਸਭਾ ਲਗਾਈ, ਔਰ ਸਭਾ ਲਾਈ ਹੋਈ, ਮਹਾਰਾਜ ਜੀ ਦਾ ਦੀਵਾਨ ਸਜਿਆ, ਸਿੰਘ ਬੈਠੇ ਨੇ। ਚਮਰ ਚਲਾ ਚਲ ਢੋਰਤ ਸਿਰ ਪਰ, ਚਵਰ ਬਰਦਾਰ ਮਹਾਰਾਜ ਜੀ ਦੇ ਸੀਸ ਤੇ ਚਵਰ ਝੁਲਾ ਰਿਹਾ ਹੈ। ਪਿੱਛੇ ਚਮੂ ਸਮੁਦਾਈ, ਔਰ ਸਾਹਮਣੇ ਦੁਸ਼ਮਣਾਂ ਦੀ ਫੌਜ ਨੂੰ ਮਹਾਰਾਜ ਜੀ ਵੇਖ ਰਹੇ ਨੇ। ਦੂਰ ਦੂਰ ਲਗ ਕਰੇ ਬਿਲੋਕਨ, ਦੂਰ ਦੂਰ ਤੱਕ ਤੁਰਕਾਂ ਦਾ ਦਲ ਨਜ਼ਰ ਆ ਰਿਹਾ ਹੈ। ਇਤਿ ਉਤ ਦ੍ਰਿਸ਼ਟ ਚਲਾਵੇ, ਸੱਜੇ ਖੱਬੇ ਚਾਰੇ ਪਾਸੇ ਮਹਾਰਾਜ ਜੀ ਨਿਗਾਹ ਮਾਰ ਕੇ ਵੇਖਦੇ ਨੇ। ਤੰਬੂ ਸ਼ਮਿਆਨੇ ਗਨ ਝੰਡੇ, ਤੁਰਕਾਂ ਦੇ ਤੰਬੂ ਲੱਗੇ, ਸ਼ਮਿਆਨੇ ਤੇ ਝੰਡੇ ਲੱਗੇ ਹੋਏ ਨਜ਼ਰ ਆਉਂਦੇ ਨੇ। ਜਿਤ ਕਿਤ ਦ੍ਰਿਸ਼ਟੀ ਆਵੇ, ਜਿੱਧਰ ਵੇਖੀਏ ਝੰਡੇ ਤੇ ਤੰਬੂ ਸ਼ਮਿਆਨੇ ਕਨਾਤਾਂ ਤਣੀਆਂ ਦਿਸਦੀਆਂ ਨੇ। ਸ਼ਾਲ ਮਲੀ ਕੋ ਬ੍ਰਿਛ ਹੁਤੋਇਕ, ਸਾਹਮਣੇ ਦੂਰ ਇੱਕ ਸਿੰਬਲ ਦਾ ਦਰਖਤ ਲੱਗਾ ਹੋਇਆ ਸੀ। ਜੈ ਸਕੰਦ ਸਮੁਦਾਇਆ, ਔਰ ਉਹਦੀਆਂ ਟਹਿਣੀਆਂ ਜਿਹੜੀਆਂ ਨੇ ਉਹ ਆਲੇ ਦੁਆਲੇ ਫੈਲੀਆਂ ਹੋਈਆਂ ਦਿਸਦੀਆਂ ਨੇ। ਤੁੰਗ ਅਧਿਕ ਵਿਸਤਾਰ ਸਹਿਤ ਸੋ, ਉਹ ਸ਼ਿਮਲ ਬੜਾ ਉੱਚਾ ਦਰਖਤ ਹੈ ਤੇ ਕਾਫੀ ਪੁਰਾਣਾ ਹੋਣ ਕਰਕੇ ਉਹਦਾ ਵਾਹਵਾ ਵਿਸਥਾਰ ਸੀ। ਸਗਨ ਪਤਰ ਕੀ ਛਾਇਆ, ਉਹਦੇ ਵੱਡੇ ਪੱਤਿਆਂ ਦੀ ਸੰਘਣੀ ਛਾਂ ਹੈ। ਇਸ ਕੇ ਤਰੇ ਥਿਰੇ ਦਵੈ ਸੂਬੇ, ਉਸ ਸਿੰਬਲ ਦੇ ਦਰਖਤ ਦੇ ਥੱਲੇ ਦੋਵੇਂ ਸੂਬੇਦਾਰ ਬੈਠੇ ਹੋਏ ਨੇ, ਸੂਬਾਦਾਰ ਲਾਹੌਰ ਤੇ ਵਜੀਦਾ ਸੂਬਾ ਸਰਹੰਦ। ਚੋਪਰ ਖੇਲ ਮਚਾਏ, ਇਹ ਬੈਠੇ ਚੌਪੜ ਖੇਡ ਰਹੇ ਸਨ। ਚੌਪੜ ਦੋਹਾਂ ਸੂਬੇਦਾਰਾਂ ਨੇ ਅੱਗੇ ਵਿਛਾਇਆ ਹੋਇਆ ਤੇ ਖੇਡ ਰਹੇ ਨੇ। ਭੀਮ ਚੰਦ ਨ੍ਰਿਪ ਭੂਪ ਚੰਦ ਤੇ, ਤਾਕੇ ਰਾਜਾ ਭੀਮ ਚੰਦ ਤੇ ਭੂਪ ਚੰਦ ਜਿਹੜਾ ਹੰਡੂਰੀਆ ਹੈ। ਆਦ ਨਿਕਟ ਗਿਰ ਰਾਏ, ਹੋਰ ਵੀ ਕੁਝ ਪਹਾੜੀ ਰਾਜੇ ਬੈਠੇ ਇਹਨਾਂ ਦੀ ਖੇਡ ਵੇਖ ਰਹੇ ਨੇ। ਦੋਨਾਂ ਦੀ ਚੌਪੜ ਦੀ ਖੇਡ ਵੇਖ ਰਹੇ ਨੇ ਸੂਬੇਦਾਰਾਂ ਦੀ। ਵੱਡੀ ਸਭਾ ਜੁਤ ਬੈਠੇ ਤਾਂ, ਵਾਵਾ ਤੁਰਕ ਹੋਰ ਵੀ ਜਿਹੜੇ ਇਹਨਾਂ ਦੇ ਚੰਗੇ ਵਜ਼ੀਰ ਨੇ ਉਹ ਵੀ ਬੈਠੇ ਹੋਏ ਨੇ ਇਹਨਾਂ ਦੇ ਕੋਲ। ਤੁਰਕ ਮਿਲੇ ਪਰਦਾਨਾ, ਜਿਹੜੇ ਚੰਗੇ ਚੰਗੇ ਪ੍ਰਧਾਨ ਤੁਰਕ ਸੈਨਾ ਦੇ ਮਿਲ ਕੇ ਬੈਠੇ ਹੋਏ ਨੇ। ਹਿਰਦੇ ਆਨੰਦਿਤ ਕਰੇ ਖੁਸ਼ਾਮਦ, ਬੜੇ ਖੁਸ਼ ਹੋ ਕੇ ਬੈਠੇ ਤੇ ਖੁਸ਼ਾਮਦਾਂ ਕਰ ਰਹੇ ਨੇ ਸੂਬੇਦਾਰਾਂ ਦੀਆਂ। ਜਦੋਂ ਚਾਲ ਚੱਲਦੇ ਨੇ ਚੌਪੜ ਦੀ ਤੇ ਲਾਗਿਓ ਕਹਿੰਦੇ ਵਾਹ ਕਿਆ ਬਾਤ ਖੁਸ਼ਾਮਦੀਦ, ਏਦਾਂ ਕੋਲ ਬੈਠੇ ਖੁਸ਼ਾਮਦਾਂ ਕਰਦੇ ਨੇ। ਕਹਿ ਕਹਿ ਬਾਤਨ ਨਾਨਾ, ਔਰ ਕਈ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਇਹਨਾਂ ਦੀਆਂ ਖੁਸ਼ਾਮਦਾਂ ਕਰਦੇ ਨੇ। ਤਨੁਖ ਕਠੋਰ ਗੁਰੂ ਕੇ ਆਗੇ, ਪਾਤਸ਼ਾਹ ਦੇ ਸਾਹਮਣੇ ਕਠੋਰ ਧਨਖ ਪਿਆ ਹੋਇਆ ਹੈ। ਹਾਥ ਬਿਖੇ ਗੈ ਲੀਨਾ, ਗੁਰਦੇਵ ਨੇ ਧਨਖ ਪਕੜ ਲਿਆ। ਜਦੋਂ ਵੇਖਿਆ ਨਾ ਦੂਰੋਂ ਮਹਾਰਾਜ ਜੀ ਨੇ ਦੂਰਬੀਨ ਲਾ ਕੇ ਵਾਵਾ 2-2.5 ਕੋਹ ਤੇ ਦੂਰ ਬੈਠੇ ਸੀ। ਤੋ ਮਹਾਰਾਜ ਜੀ ਨੇ ਵੇਖਿਆ ਵੀ ਬੈਠੇ ਸਾਡੇ ਆਲੇ ਦੁਆਲੇ ਘੇਰਾ ਪਾ ਕੇ ਦੇ ਸ਼ੇਰਾਂ ਦੇ, ਉਹ ਵੀ ਗਿੱਦੜ ਤੇ ਬੇਫਿਕਰੇ ਹੋਏ ਬੈਠੇ ਨੇ। ਇਦਾਂ ਗੱਲ ਬਣਦੀ ਨਹੀਂ ਵੀ ਇਹ ਬੇਫਿਕਰੇ ਹੋ ਕੇ ਚੌਪੜ ਖੇਡ ਰਹੇ ਨੇ, ਘੇਰਾ ਇਹਨਾਂ ਨੇ ਸ਼ੇਰਾਂ ਦਾ ਪਾਇਆ ਹੋਇਆ। ਇਦਾਂ ਨਹੀਂ ਗੱਲ ਬਣਦੀ। ਪਾਤਸ਼ਾਹ ਨੇ ਕਮਾਨ ਚੁੱਕੀ, ਆਪਣੇ ਹੱਥ 'ਚ ਫੜੀ। ਕੰਚਨ ਲਪਟਿਓ ਸੁੰਦਰ ਖਪਰਾ, ਤੀਰ ਜਿਹਦੇ ਪਿਛਲੇ ਪਾਸੇ ਨਾ ਬਾਗੜ ਕੋਲ ਸੋਨਾ ਲਪੇਟਿਆ ਹੋਇਆ, ਉਹ ਤੀਰ ਮਹਾਰਾਜ ਜੀ ਨੇ ਕੱਢਿਆ। ਤੀਛਨ ਪੀਛਨ ਕੀਨਾ, ਬੜਾ ਤਿੱਖਾ ਤੇ ਭਿਆਨਕ ਤੀਰ ਹੈ। ਤਰਕਸ਼ ਤੇ ਤਵ ਕਰਿਓ ਨਿਕਾਸਨ, ਪੱਥੇ ਜੋ ਮਹਾਰਾਜ ਜੀ ਨੇ ਉਹ ਤੀਰ ਕੱਢਿਆ। ਸੰਧੀ ਪੰਚ ਮੈਂ ਸੋਈ, ਔਰ ਕਮਾਨ ਦੀ ਤੰਦੀ ਦੇ ਉੱਤੇ ਉਹਦੀ ਬਾਗੜ ਰੱਖੀ ਹੈ। ਕਰ ਕੈ ਤਾਨ ਕਾਨ ਲਗ ਤਾਨਾ, ਔਰ ਉਹਦੀ ਬਾਗੜ ਚੁਟਕੀ 'ਚ ਪਕੜ ਕੇ ਕੰਨਾਂ ਤੱਕ ਖਿੱਚੀ ਮਹਾਰਾਜ ਕਲਗੀਧਰ ਜੀ ਨੇ। ਸ਼ਬਦ ਬਡੋ ਤਬ ਹੋਈ, ਇੱਕਦਮ ਚਿਰੜ ਦੀ ਆਵਾਜ਼ ਆਈ ਆ, ਕਮਾਨ ਦੇ ਵਿੱਚੋਂ ਆਵਾਜ਼ ਸੁਣਾਈ ਦਿੱਤੀ ਹੈ। ਕਰ ਉਦੇਸ਼ ਸੂਬਾ ਜੈ ਬੈਠਿਓ, ਉਹ ਸੂਬੇਦਾਰ ਬੈਠਾ ਸੀ, ਸੂਬਾ ਸਰਹੰਦ ਤੇ ਸੂਬਾ ਲਾਹੌਰ, ਬਿਲਕੁਲ ਉਹਦਾ ਸਾਹਮਣੇ ਨਿਸ਼ਾਨਾ ਲਾਇਆ। ਤਿਤ ਕੋ ਸਤਗੁਰ ਤਿਆਗਾ, ਉਸੇ ਪਾਸੇ ਨਿਸ਼ਾਨਾ ਲਾ ਕੇ ਤੀਰ ਚਲਾਇਆ। ਉਤੋ ਪ੍ਰਿਅੰਕ ਥਿਰਿਓ ਜਿਸੀ ਉਪਰ, ਪਲੰਗੇ ਤੇ ਬੈਠੇ ਸਨ ਦੋਵੇਂ। ਜਿਹੜੇ ਪਲੰਗੇ ਤੇ ਬੈਠੇ ਸਨ ਪਾਵੇ ਮੈਂ ਸਰ ਲਾਗਾ, ਮਹਾਰਾਜ ਜੀ ਨੇ ਨਿਸ਼ਾਨਾ ਉਹਦੇ ਪਾਵੇ ਦਾ ਲਾਇਆ। ਚਾਹੁੰਦੇ ਤੇ ਪ੍ਰੋਪੜੀ ਦਾ ਵੀ ਲਾ ਸਕਦੇ ਸੀ, ਸੂਬੇ ਸਰਹੰਦ ਦਾ। ਚਾਹੁੰਦੇ ਤੇ ਸੂਬੇ ਲਾਹੌਰ ਦੀ ਪ੍ਰੋਪੜੀ ਦਾ ਵੀ ਲਾ ਸਕਦੇ ਸਨ। ਪਰ ਗੁਰਦੇਵ ਨੇ ਨਹੀਂ ਵੀ ਬਿਨਾਂ ਵੰਗਾਰਿਆਂ ਮਾਰ ਦਈਏ, ਇਹ ਸ਼ੋਭਦਾ ਨਹੀਂ ਨਾ ਸੂਰਮੇ ਨੂੰ
ਵੀ ਉਹਨੂੰ ਪਤਾ ਹੀ ਨਾ ਹੋਵੇ ਤੇ ਉਹਨੂੰ ਤੀਰ ਆ ਕੇ ਵੱਜੇ। ਸੂਰਮਿਆਂ ਵਾਂਗੂ ਮੌਤ ਨਹੀਂ ਹੁੰਦੀ। ਸੂਰਮਾ ਤਾਂ ਹੁੰਦਾ ਵੀ ਅਗਲੇ ਨੂੰ ਦੱਸ ਕੇ ਆਉਣ ਲੱਗਾ ਜੇ ਵਾਰ, ਜੇ ਬਚਾ ਸਕਣਾ ਉਹਨੂੰ ਵੀ ਤਾਂ ਮੌਕਾ ਮਿਲ ਦੇਣਾ ਚਾਹੀਦਾ ਨਾ ਵੀ ਆਪਣਾ ਆਪ ਬਚਾਉਣ ਦਾ। ਇਸ ਕਰਕੇ ਗੁਰਦੇਵ ਨੇ ਪਾਵੇ ਦੇ ਵਿੱਚ ਨਿਸ਼ਾਨਾ ਲਾ ਕੇ ਤੀਰ ਮਾਰਿਆ। ਖਪਰਾ ਲਗਤ ਫਟਿਓ ਸੋ ਤਤ ਖਿਨ। ਕਹਿੰਦੇ ਪਲੰਗੇ ਦੇ ਪਾਵੇ 'ਚ ਜਦੋਂ ਖਪਰਾ ਤੀਰ ਲੱਗਾ ਤੇ ਉਹ ਪਾਵਾ ਚੀਰਿਆ ਗਿਆ ਵਿੱਚੋਂ, ਇੰਨੇ ਜ਼ੋਰ ਦੇ ਵਿੱਚ ਜਾ ਕੇ ਖੁੱਭ ਗਿਆ ਵਿੱਚ ਉਹ ਖਪਰਾ ਤੀਰ। ਓਚਕ ਉਦ ਕੇ ਸਾਰੇ। ਇੱਕਦਮ ਜਿਵੇਂ ਹਬੜਾ ਨਹੀਂ ਜਾਂਦੇ, ਜਿਵੇਂ ਬਹੁਤ ਜ਼ਿਆਦਾ ਤਰਸਤ ਹੋ ਕੇ ਉਹ ਜਿੰਨੇ ਬੈਠੇ ਸੀ ਇੱਕਦਮ ਤੜਕ ਦੇ ਜਦੋਂ ਵਿੱਚ ਵੱਜਾ ਨਾ ਆ ਕੇ ਪਾਵੇ ਤੇ ਡਰ ਗਏ, ਇੱਕਦਮ ਤਰਵਕ ਗਏ। ਤੀਚਨ ਪੀਚਨ ਕੀਨ ਨਰੀਚਨ। ਵੇਖਿਆ ਤੇ ਜਿਵੇਂ ਹੱਥ ਹੁੰਦਾ 4 ਉਂਗਲ ਚੌੜਾ ਚੱਪਾ, ਉਹਦੇ ਵਰਗਾ ਚੌੜਾ ਤੀਰ ਹੈ ਖਪਰਾ, ਬੜਾ ਤਿੱਖਾ ਤੇ ਭਿਆਨਕ। ਉਹ ਪਾਵੇ ਵਿੱਚੋਂ ਪੁੱਟ ਵੀ ਨਹੀਂ ਹੁੰਦਾ, ਇੰਨਾ ਵਿੱਚ ਗੱਡਿਆ ਗਿਆ। ਬੜੀ ਮੁਸ਼ਕਲ ਨਾਲ ਉਹਨੂੰ ਬਾਹਰ ਕੱਢਿਆ। ਖਪਰਾ ਏ ਗੁਰ ਮਾਰੇ। ਕਹਿੰਦੇ ਖਪਰਾ ਤਾਂ ਗੁਰੂ ਜੀ ਦਾ ਮਾਰਿਆ ਹੋਇਆ ਉਹਨਾਂ ਦਾ ਹੈ। ਜ਼ਬਰਦਸਤ ਨਿਜ ਦਸਤ ਨਿਕਾਸੀਓ। ਜ਼ਬਰਦਸਤ ਨੇ ਬੜਾ ਜ਼ੋਰ ਲਾ ਕੇ ਉਹਨੂੰ ਬਾਹਰ ਕੱਢਿਆ, ਆਪਣੇ ਹੱਥ 'ਚ ਵੇਖਿਆ। ਕੈ ਬਜੀਦ ਖਾਂ ਸੰਗਾ। ਵਜ਼ੀਰ ਖਾਨ ਨੂੰ ਕਹਿੰਦਾ ਜ਼ਬਰਦਸਤ ਖਾਨ, ਇਤੀ ਦੂਰ ਸਰ ਪਹੁੰਚਿਓ ਜਿਨ ਕੋ। ਕਹਿੰਦਾ ਇੰਨੀ ਦੂਰ, ਯਾ ਅੱਲਾ ਇੰਨੀ ਦੂਰ ਜਿਨ੍ਹਾਂ ਦਾ ਤੀਰ ਆ ਪਹੁੰਚਿਆ ਹੈ। ਕਹਾਂ ਓਜ ਨਾਰੇ ਅੰਗਾ। ਇੰਨਾ ਬਲ ਕਿਸੇ ਆਮ ਬੰਦੇ 'ਚ ਨਹੀਂ ਹੋ ਸਕਦਾ ਕਿ ਇੰਨੀ ਦੂਰ ਤੱਕ ਉਹ ਤੀਰ ਚੱਲ ਕੇ ਆਵੇ। ਉਸ ਅਟਾਈ ਆਏ ਆਨੰਦਪੁਰ। ਇੱਥੇ ਅਸੀਂ ਬੈਠੇ ਆ ਤੇ ਜਿੱਥੇ ਗੁਰੂ ਜੀ ਇਸ ਵੇਲੇ ਨੇ, ਇੱਥੋਂ ਸਾਡੀ ਵਿੱਥ ਤਕਰੀਬਨ 2.5 ਕੋਹ ਦੀ ਹੈ। 2.5 ਕੋਹ। ਕਹਿੰਦੇ 2.5 ਕੋਹ ਦੇ ਫਾਸਲੇ ਤੇ ਇਸ ਵੇਲੇ ਗੁਰੂ ਜੀ ਸਾਡੇ ਤੋਂ ਹਨ। ਜੈ ਤੇ ਬੈਠ ਪ੍ਰਹਾਰਾ। ਇੱਥੋਂ ਬਹਿ ਕੇ ਉਹਨਾਂ ਨੇ ਤੀਰ ਦਾ ਵਾਰ ਕੀਤਾ। ਨਰ ਤਨ ਕੋ ਕੁਛ ਏ ਬਲ ਨਾਇਨ। ਕਹਿੰਦਾ ਇਹ ਬੰਦੇ ਦੇ ਸਰੀਰ ਦਾ ਬਲ ਨਹੀਂ ਹੋ ਸਕਦਾ, ਅਜ਼ਮਤ ਕੋ ਬਲ ਪਾਰਾ। ਇਹ ਤਾਂ ਜ਼ਰੂਰ ਕਰਾਮਾਤ ਦੇ ਬਲ ਨਾਲ ਉਹਨਾਂ ਦਾ ਤੀਰ ਆਇਆ, ਇੱਥੇ ਕਰਾਮਾਤ ਨਾਲ ਚੱਲ ਕੇ ਪਹੁੰਚਿਆ। ਰਤਨ ਜਰੇ ਬਰ ਬਾਗਰ ਉੱਪਰ। ਕਹਿੰਦੇ ਵੇਖੋ ਬਾਗੜ ਦੇ ਉੱਤੇ ਸੋਨਾ ਜੜਿਆ ਤੇ ਰਤਨ ਜੜੇ ਹੋਏ ਨੇ। ਹੀਰਤ ਸਰਬ ਸਰਾਹਾ। ਸਾਰਿਆਂ ਨੇ ਸਲਾਘਾ ਕੀਤੀ। ਕਹਿੰਦੇ ਗੁਰੂ ਐਡਾ ਸੂਰਮਾ ਕਿ ਐਡਾ ਦਾਨੀ ਵੀ ਹੈ ਕਿ ਤੀਰਾਂ ਦੇ ਨਾਲ ਵੀ ਸੋਨਾ ਲਾ ਕੇ ਵੰਡਦਾ। ਹੈਰਾਨ ਹੁੰਦੇ ਨੇ, ਨਾਲੇ ਸਲਾਘਾ ਕਰਦੇ ਆ ਸਤਿਗੁਰਾਂ ਦੀ। ਕੰਚਨ ਲਿਪਤ ਮੋਟ ਵੱਡ ਕਾਨੋ। ਕਹਿੰਦੇ ਮੋਟਾ ਕਾਨਾ ਹੈ, ਕਹਿੰਦੇ ਇਹਦਾ ਤੀਰ ਦਾ ਤੇ ਸੋਨੇ ਨਾਲ ਲਪੇਟਿਆ ਹੋਇਆ ਹੈ। ਲੋ ਪੁਲਾਦੀਆ। ਔਰ ਅੱਗੇ ਜਿਹੜਾ ਫਲ ਹੈ ਤੀਰ ਦੀ ਮੁਖੀ, ਉਹ ਫੁਲਾਦ ਦੇ ਲੋਹੇ ਦੀ ਹੈ। ਮੁਖੀ ਆਏ ਕਰ ਤਲ ਸਮ ਆਯੁਤ। ਕਹਿੰਦੇ ਜਿਵੇਂ ਹੱਥ ਦੀ ਤਲੀ ਹੁੰਦੀ ਆ ਚੌੜੀ, ਉਹਦੇ ਵਾਂਗੂ ਤਾਂ ਇਹਦੀ ਚੌੜੀ ਮੁਖੀ ਹੈ। ਨਰ ਤਨ ਕੌਣ ਚਲਾਵੇ। ਕੋਈ ਨਰ ਤਨ ਵਾਲਾ ਇਸ ਤੀਰ ਨੂੰ ਨਹੀਂ ਚਲਾ ਸਕਦਾ। ਅਜ਼ਮਤ ਜੁਤ ਗੁਰ ਕਰੇ ਪ੍ਰਾਰ। ਇਹ ਤਾਂ ਗੁਰੂ ਹੀ ਕਰਾਮਾਤ ਨਾਲ ਚਲਾਉਂਦਾ ਹੈ। ਇਤੀ ਦੂਰ ਪਹੁੰਚਾਵੇ। ਜਿਹੜਾ 2.5 ਕੋਹ ਤੱਕ ਉਹਨਾਂ ਦਾ ਤੀਰ ਚੱਲ ਕੇ ਇੱਥੇ ਤੱਕ ਪਹੁੰਚਿਆ ਹੈ। ਕਹੋ ਲਗੇ ਇਹ ਬੱਚੇ ਕੌਣ ਤਵ। ਤੇ ਜ਼ਬਰਦਸਤ ਖਾਨ ਕਹਿੰਦਾ ਸੂਬਾ ਸਾਹਿਬ ਐਨ ਤੁਹਾਡੇ ਪਾਵੇ ਦੇ ਵਿੱਚ ਆ ਕੇ ਵੱਜਾ, ਜੇ ਥੋੜਾ ਜਿਹਾ ਤਾਂ ਹੋ ਕੇ ਤੁਹਾਡੇ ਤੱਕ ਆ ਵੱਜਦਾ ਤੇ ਕੌਣ ਬਚਦਾ। ਜਤਾ ਤੋਪ ਕੋ ਗੋਰਾ। ਇਹ ਤਾਂ ਤੋਪ ਦੇ ਗੋਲੇ ਨਾਲੋਂ ਵੀ ਭਿਆਨਕ ਹੈ। ਪੜ ਪੜਾਏ ਹਮ ਪਰੇ ਸਬੇ ਅਬ। ਜਿਵੇਂ ਤੋਪ ਦੇ ਗੋਲੇ ਨਾਲ ਹਬੜਾ ਜਾਈਦਾ, ਕੱਲੇ ਤੀਰ ਨਾਲ ਹੀ ਆਪਾਂ ਸਾਰੇ ਇੱਕਦਮ ਹਬੜਾ ਗਏ ਸੀ, ਡਰ ਗਏ ਸੀ। ਰੱਖ ਖੁਦਾਏ ਤਨ ਮੋਰਾ। ਕਹਿੰਦੇ ਖੁਦਾ ਨੇ ਮੇਰਾ ਤਨ ਬਚਾ ਲਿਆ। ਸੂਬਾ ਸਰਹੰਦ ਕਹਿੰਦਾ ਜੀ ਤੁਸੀਂ ਕਿਹੜਾ ਮੇਰੇ ਤੋਂ ਦੂਰ ਬੈਠੇ ਸੀ, ਜੇ ਮੇਰੇ ਵੱਲ ਆ ਸਕਦਾ ਸੀ ਤੇ ਤੁਹਾਡੇ ਵੱਲ ਵੀ ਆ ਸਕਦਾ ਸੀ। ਜ਼ਬਰਦਸਤ ਖਾਨ ਕਹਿੰਦਾ ਤਾਂ ਖੁਦਾ ਨੇ ਮੇਰਾ ਸਰੀਰ ਰੱਖ ਲਿਆ। ਤਜਿਓ ਖੇਲ ਚੋਪਰ ਕੋ ਤਬਈ। ਉਸ ਵੇਲੇ ਚੋਪੜ ਚਾਪੜ ਸਾਰਾ ਵਗਾ ਕੇ ਪਰੇ ਮਾਰਿਆ। ਕਹਿੰਦੇ ਜਾਨ ਬਚਾਓ। ਕਹਿ ਕਹਿ ਸਭ ਬਿਸਮਾਏ। ਸਾਰੇ ਹੈਰਾਨ ਹੋ ਰਹੇ ਨੇ ਗੱਲਾਂ ਕਰਦਿਆਂ। ਦੂਰਬੀਨ ਤਬ ਲਾਵਨ ਕੀਨੀ। ਸਤਿਗੁਰੂ ਜੀ ਦੂਰਬੀਨ ਲਾ ਕੇ ਵੇਖਦੇ ਆ ਇਹਨਾਂ ਦਾ ਤਮਾਸ਼ਾ। ਬੈਠੇ ਪ੍ਰਭੂ ਸੁਹਾਏ। ਮਹਾਰਾਜ ਜੀ ਪਲੰਗੇ ਤੇ ਬੈਠੇ ਸੋਭਨੀਕ ਹੋ ਰਹੇ ਨੇ। ਸਭਾ ਸਹਿਤੀ ਅਵਲੋਕਤ ਸਗਰੇ। ਸਾਰੀ ਸਭਾ ਦੇ ਸਮੇਤ ਵੇਖ ਰਹੇ ਨੇ। ਚਮਰ ਚਲਾ ਚਲ ਚਾਰੂ। ਮਹਾਰਾਜ ਜੀ ਦੇ ਸੀਸ ਤੇ ਚਬਰ ਝੁੱਲ ਰਿਹਾ ਹੈ। ਪਾਨ ਕਮਾਨ ਤਰੇ ਜੁਤ ਬਾਨੇ। ਮਹਾਰਾਜ ਜੀ ਦੇ ਹੱਥ ਵਿੱਚ ਕਮਾਨ ਵੀ ਹੈ ਤੇ ਬਾਣ ਵੀ ਹੈ। ਦੀਪਤ ਸ਼ੋਭ ਉਦਾਰੂ। ਬਾਣ ਚਮਕਦਾ ਮਹਾਰਾਜ ਜੀ ਨੇ ਵੇਖਿਆ ਵੀ ਇਹ ਤਾਂ ਸੋਚਦੇ ਨੇ ਕਰਾਮਾਤ ਨਾਲ ਪਹੁੰਚਿਆ।
ਪਰ ਇਹ ਕਰਾਮਾਤ ਨਾਲ ਨਹੀਂ, ਤੀਰ ਅਸੀਂ ਆਪਣੇ ਸਰੀਰ ਦੇ ਬਲ ਨਾਲ ਤੋਰਿਆ। ਦੂਸਰਾ ਤੀਰ ਮਾਰ ਕੇ ਉਹਨਾਂ ਦਾ ਵਹਿਮ ਕੱਢ ਰਹੇ ਨੇ। ਜਿਹੜੇ 2.5 ਕੋਹ ਤੇ ਬੈਠੇ ਸੀ ਉੱਥੋਂ ਚੁੱਕ ਚਕਾ ਕੇ ਪਲੰਗੇ ਆਪਣੇ, ਫਿਰ 4 ਕੋਹ ਤੇ ਜਾ ਡੇਰਾ ਕੀਤਾ ਇਹਨਾਂ ਨੇ। ਗੁਰੂ ਪਾਤਸ਼ਾਹ ਜੀ ਦੀ ਉਹ ਪਾਵਨ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਾਹਿਬ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਤੁਮ ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ, ਕਰੋ ਦਇਆ ਮੇਰੇ ਸਾਈਂ, ਤੁਮ ਕਰੋ ਦਇਆ ਮੇਰੇ ਸਾਈਂ। ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ, ਜਗਤ ਜਲੰਦਾ ਰੱਖ ਲੈ। ਆਪਣੀ ਕਿਰਪਾ ਧਾਰ, 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 ਆਪਣੀ ਕਿਰਪਾ ਧਾਰ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ, ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾਂ ਕੇ ਸਦਾ ਬਵੇਕ, ਪਰੰਪਰ ਹਰ ਹਰੇ, ਐ ਪੀਓ ਅਨਹਾਰ, ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ, ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰਾਖੋਈ ਐ ਪਰੋਏ, ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਆਲ, ਗੁਰੂ ਨਾਮ ਜਹਾਜ ਹੈ, ਜੜੇ ਸੁਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ, ਗੁਰੂ ਨਾਮ ਜਹਾਜ ਹੈ, ਜੜੇ ਸੁਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।